ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 391 ਦੇ ਆਖਰੀ ਪੰਕਤੀ ਹੈ। ਆਸਾ ਮਹਿਲਾ ਪੰਜਵਾਂ। ਰਾਗ ਦਾ ਨਾਮ ਹੈ ਆਸਾ, ਮਹਿਲਾ ਮੈਨੇ ਗੁਰੂ, ਪੰਜਵਾਂ ਗੁਰੂ ਭਾਵ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ। ਭੂਪਤ ਹੋਏ ਕੈ ਰਾਜ ਕਮਾਇਆ। ਭੂਪਤ ਰਾਜੇ ਨੂੰ ਕਹਿੰਦੇ, ਭੂਪਤੀ, ਭੂ ਮੈਨੇ ਧਰਤੀ, ਪਤੀ ਮੈਨੇ ਮਾਲਕ। ਪੁਰਾਣੇ ਜ਼ਮਾਨੇ 'ਚ ਸਾਰੀ ਧਰਤੀ ਰਾਜੇ ਦੀ ਹੁੰਦੀ ਸੀ। ਲੋਕ ਉਸ ਤੋਂ ਅੱਗੇ ਹਿੱਸੇ ਜਾਂ ਠੇਕੇ 'ਤੇ ਲੈ ਕੇ ਜ਼ਮੀਨ ਵਾਹਿਆ ਕਰਦੇ ਸਨ। ਸਮਾਂ ਪਾਕ ਨੇ ਰਾਜ ਨੇ ਸੋਚਿਆ ਵੀ ਇਹ ਤਾਂ ਬੜਾ ਲੰਮਾ ਕੰਮ ਹੈ। ਉਹਨਾਂ ਨੇ ਕੁਝ ਅਮੀਰ ਬੰਦੇ ਚੁਣੇ, ਉਹਨਾਂ ਨੂੰ ਬਹੁਤ ਸਾਰੀ ਜ਼ਮੀਨ ਦੇਤੀ ਵੀ ਸਾਰੀ ਜ਼ਮੀਨ ਦਾ ਤੂੰ ਮਾਲਕ ਹੈ, ਤੂੰ ਮੈਨੂੰ ਇੰਨੇ ਪੈਸੇ ਦਿਆ ਕਰਨੇ, ਤੂੰ ਅੱਗੇ ਹਿੱਸੇ ਠੇਕੇ 'ਤੇ ਦੇ ਸਕਦਾ ਹੈ। ਉਹ ਭੂਪਤੀ ਹੋ ਗਏ। ਕਈ ਇਲਾਕਿਆਂ ਦੇ ਵਿੱਚ ਜਿਹੜੇ ਵੱਡੇ ਜਗੀਰਦਾਰ ਨੇ ਲੋਕਾਂ ਨੂੰ ਰਾਜਾ ਜੀ ਕਹਿੰਦੇ ਨੇ। ਭੂਪਤ ਹੋਏ ਕੈ ਰਾਜ ਕਮਾਇਆ। ਤੂੰ ਰਾਜਾ ਬਣ ਕੇ ਰਾਜ ਕਮਾਉਂਦਾ ਮਨੁੱਖ। ਕਰ ਕਰ ਅਨਰਥ ਵਿਹਾਜੀ ਮਾਇਆ। ਅਨਰਥ ਅਨਿਆਂ ਕਰ ਕਰਕੇ, ਅਨਿਆਂ ਕਰ ਕਰਕੇ, ਜ਼ੁਲਮ ਕਰ ਕਰਕੇ ਮਾਇਆ ਇਕੱਠੀ ਕਰਦਾ। ਵਿਹਾਜੀ ਮੈਨੇ ਇਕੱਠੀ ਕਰਦਾ। ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਪਾਪਾਂ ਬਾਝੋਂ ਹੋਵੇ ਨਾਹੀਂ। ਮਾਇਆ ਪਾਪ ਕਰਮਾਂ ਤੋਂ ਬਿਨਾਂ ਬਹੁਤੀ ਇਕੱਠੀ ਨਹੀਂ ਹੁੰਦੀ। ਇਸ ਲਈ ਕਹਿੰਦੇ ਅਨਰਥ ਕਰ ਕਰਕੇ, ਅਨਿਆਂ ਕਰ ਕਰਕੇ ਲੋਕਾਂ ਦਾ ਤੂੰ ਮਾਇਆ ਇਕੱਠੀ ਕੀਤੀ ਹੈ। ਸੰਚਿਤ ਥੈਲੀ ਕੀ ਨਹੀਂ। ਸੰਚ ਹੁੰਦਾ ਇਕੱਠੀ ਕਰਨਾ, ਇਕੱਠੀ ਕਰਦੇ ਕਦੇ ਥੈਲੇ ਭਰ ਲੈ, ਪਰ ਬਹੁਤ ਮਾਇਆ ਇਕੱਠੀ ਕਰ ਲਈ। ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ। ਪਰ ਪਰਮਾਤਮਾ ਕੀ ਕਰਦਾ ਹੈ, ਉਹ ਉਸ ਤੋਂ ਖੋਹ ਕੇ ਹੋਰ ਕਿਸੇ ਨੂੰ ਦੇ ਦਿੰਦਾ ਹੈ। ਮੰਨ ਲਓ ਕਿਸੇ ਦੂਜੇ ਨੇ ਹਮਲਾ ਕਰਤਾ ਰਾਜੇ ਨੇ, ਉਹ ਸਾਰਾ ਧਨ ਮਾਲ ਲੁੱਟ ਕੇ ਲੈ ਜਾਏਗਾ। ਜਿਵੇਂ ਇੱਥੇ ਹਿੰਦੁਸਤਾਨ ਦੇ ਜਿੰਨੇ ਪਹਿਲਾਂ ਰਾਜੇ ਸ਼ੁਰੂ 'ਚ ਆਏ, ਸਭ ਲੁੱਟ ਕੇ ਆਪਣੇ ਦੇਸ਼ ਨੂੰ ਵਾਪਸ ਚਲੇ ਜਾ ਕਰਦੇ ਸਨ। ਇਹ ਤਾਂ ਫਿਰ ਮੁਹੰਮਦ ਗੌਰੀ ਵਰਗੇ ਫਿਰ ਇੱਥੇ ਹੀ ਰਹਿਣ ਲੱਗ ਪਏ। ਉਹਨਾਂ ਨੇ ਇਸ ਦੇਸ਼ ਨੂੰ ਆਪਣਾ ਦੇਸ਼ ਸਮਝ ਲਿਆ, ਇਸ ਲਈ ਉਹਨਾਂ ਲੁੱਟਣਾ ਫਿਰ ਬੰਦ ਕਰ ਦਿੱਤਾ ਵੀ ਲੈ ਕੇ ਕਿੱਥੇ ਜਾਣਾ, ਸਾਰਾ ਦੇਸ਼ ਹੀ ਆਪਣਾ। ਸੋ ਪਰਮਾਤਮਾ ਉਸ ਤੋਂ ਖੋਹ ਕੇ ਡਾਰ ਦਾ ਖੋਹ ਕੇ, ਪਰਮਾਤਮਾ ਉਸ ਤੋਂ ਖੋਹ ਕੇ ਅਵਰ ਕੋ ਦੇਣੀ, ਹੋਰ ਨੂੰ ਮਾਇਆ ਦੇ ਦਿੰਦਾ ਹੈ। ਕਾਚ ਗਗਰੀਆ ਅੰਬ ਮੰਜਰੀਆ। ਮੰਮੇ ਦੇ ਟਿੱਪੀ ਲਾ ਕੇ ਬੋਲਣਾ। ਮੰਝ ਹੁੰਦਾ ਵਿੱਚ, ਅੰਬ ਹੁੰਦਾ ਪਾਣੀ, ਕਾਚ ਮੈਨੇ ਕੱਚੀ, ਗਗਰੀਆ ਮੈਨੇ ਗਾਗਰ। ਇਹ ਜਿਹੜਾ ਮਨੁੱਖ ਦਾ ਸਰੀਰ ਹੈ ਇਹ ਤਾਂ ਕੱਚੀ ਗਾਗਰ ਦੀ ਨਿਆਈ ਹੈ, ਅਤੇ ਉਹ ਵੀ ਹੈ ਜੇ ਪਾਣੀ ਦੇ ਵਿੱਚ ਹੋਵੇ। ਕੱਚੇ ਭਾਂਡੇ ਨੂੰ ਪਾਣੀ 'ਚ ਰੱਖ ਦਿਓ ਤਾਂ ਗਲ ਜਾਏਗਾ। ਇਸ ਲਈ ਇਹ ਮਨੁੱਖੀ ਸਰੀਰ ਦੀ ਕੋਈ ਬੁਨਿਆਦ ਨਹੀਂ ਹੈ ਵੀ ਇੰਨਾ ਸਮੇਂ ਨੇ ਜ਼ਰੂਰ ਜਿਉਣਾ ਹੈ। ਇਹ ਤਾਂ ਕੱਚੀ ਗਾਗਰ ਦੀ ਤਰ੍ਹਾਂ ਹੈ, ਅਤੇ ਉਹ ਵੀ ਪਾਣੀ ਦੇ ਵਿੱਚ ਜਿਵੇਂ ਹੁੰਦਾ ਉਸ ਤਰ੍ਹਾਂ ਹੈ। ਅੰਬ ਪਾਣੀ, ਮੰਜਰੀਆ ਵਿੱਚ। ਗਰਭ ਉਆਹੂ ਮੈਂ ਪਰੀਆ। ਪਰ ਇਹ ਹੰਕਾਰ ਨਾਲ ਕਹਿੰਦੇ ਉੱਥੇ ਪਾਣੀ ਦੇ ਵਿੱਚ ਪਿਆ ਹੋਇਆ, ਨਿਕਲਦਾ ਨਹੀਂ ਬਾਹਰ। ਹੰਕਾਰੀ ਬੰਦੇ ਨੂੰ ਸੋਝੀ ਨਹੀਂ ਹੋਇਆ ਕਰਦੀ ਕਿ ਮੇਰੀ ਤੇ ਕੱਚੀ ਗਾਗਰ ਹੈ ਅਤੇ ਮੈਂ ਪਾਣੀ ਦੇ ਵਿੱਚ ਹਾਂ, ਗਲ ਜਾਵਾਂਗਾ। ਇਹ ਸੰਸਾਰ ਸਮੁੰਦਰ 'ਚੋਂ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ। ਹੰਕਾਰ 'ਚ ਆ ਕੇ ਉਆਹੂ ਮੈਂ ਪਰੀਆ, ਉਸੇ ਪਾਣੀ ਦੇ ਵਿੱਚ ਹੀ ਪੈ ਜਾਂਦਾ। ਰਹਾਉ ਨਿਰਭਉ ਹੋਇਓ ਭਇਆ ਨਿਹੰਗਾ। ਨਿਹੰਗ ਹੁੰਦਾ ਬੇਪਰਵਾਹ। ਇਹ ਮਨੁੱਖ ਕਿਸੇ ਤੋਂ ਡਰਦਾ ਨਹੀਂ ਹੈ, ਕਿਉਂਕਿ ਹੰਕਾਰ 'ਚ ਡਰਦਾ ਨਹੀਂ ਹੈ, ਬੇਪਰਵਾਹ ਹੋ ਜਾਂਦਾ ਹੈ।
ਚੀਤ ਨ ਆਇਓ ਕਰਤਾ ਸੰਗਾ। ਉਹ ਪਰਮਾਤਮਾ ਸੰਗਾ ਮੈਨੇ ਨਾਲ, ਜਿਹੜਾ ਪਰਮਾਤਮਾ ਨਾਲ ਹੈ ਉਹਨੂੰ ਤਾਂ ਯਾਦ ਹੀ ਨਹੀਂ ਕਰਦਾ, ਉਹਨੂੰ ਯਾਦ ਨਹੀਂ ਕਰਦਾ ਹੈ। ਲਸ਼ਕਰ ਜੋੜੇ ਕੀਆ ਸੰਵਾਹ। ਸੰਵਾਹ ਹੁੰਦਾ ਇਕੱਠਾ ਕਰਨਾ, ਇਕੱਠਿਆਂ ਕਰਨਾ। ਕਹਿੰਦਾ ਫੌਜਾਂ ਇਕੱਠੀਆਂ ਕਰਦਾ ਤੇ ਬਹੁਤ ਵੱਡਾ ਲਸ਼ਕਰ ਬਣਾ ਲੈਂਦਾ ਹੈ। ਨਿਕਸਿਆ ਫੂਕ ਤਾਂ ਹੋਏਗਾ ਸਵਾਹ, ਪਰ ਜਦੋਂ ਸਵਾਸ ਨਿਕਲ ਗਏ, ਫੂਕ ਜਦੋਂ ਸਾਹ ਨਿਕਲ ਗਏ, ਸਵਾਸ ਨਿਕਲ ਗਏ ਤਾਂ ਸਵਾਹ ਦੀ ਢੇਰੀ ਹੋ ਗਿਆ। ਉੱਚੇ ਮੰਦਰ ਮਹਿਲ ਅਰ ਰਾਣੀ। ਵੱਡੇ ਵੱਡੇ ਘਰ ਨੇ, ਇੱਥੇ ਮੰਦਰ ਕੋਈ ਟੈਂਪਲ ਤੋਂ ਭਾਵ ਨਹੀਂ ਹੈਗਾ। ਗੁਰਬਾਣੀ ਜਿਹੜਾ ਮੰਦਰ ਸ਼ਬਦ ਹੈ ਇਹ ਜਿਹਨੂੰ ਅੱਜ ਕੱਲ੍ਹ ਆਪਾਂ ਕੋਠੀਆਂ ਕਹਿੰਦੇ, ਪਹਿਲਾਂ ਤਾਂ ਕੋਠੇ ਹੁੰਦੇ ਸਨ। 10ਵੀਂ ਤੱਕ ਮੈਨੂੰ ਨਹੀਂ ਸੀ ਪਤਾ ਵੀ ਕੋਠੇ ਅਤੇ ਕੋਠੀ 'ਚ ਕੋਈ ਫਰਕ ਹੁੰਦਾ। ਮੈਂ ਸਮਝਦਾ ਕੋਠੀ ਕੋਠੜੀ ਅਤੇ ਕੋਠਾ ਵੱਡਾ ਸਾ ਘਰ। ਮੇਰਾ ਭਰਾ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਨਾ ਓਵਰਸੀਅਰ ਬਣਾਉਣਾ, ਮੈਂ ਤੈਨੂੰ ਦਾਖਲ ਕਰਾਇਆ। ਉਦੋਂ ਜੇਈ ਨੂੰ ਕੀ ਕਹਿੰਦੇ ਹੁੰਦੇ ਸੀ, ਓਵਰਸੀਅਰ ਕਹਿੰਦੇ। ਅਤੇ ਉਹਨਾਂ ਨੇ ਪ੍ਰਿੰਸੀਪਲ ਨੇ ਮੇਰੇ ਨੰਬਰ ਵੇਖ ਕੇ ਮੈਨੂੰ ਸਿਵਲ ਦੇ ਤਾ ਵੀ ਨਵਾਂ ਨਵਾਂ ਦੇਸ਼ ਆਜ਼ਾਦ ਹੋਇਆ ਹੈ ਅਤੇ ਪੁਲ ਬਣ ਰਿਹਾ, ਬਿਲਡਿੰਗਾਂ ਬਣ ਰਹੀਆਂ, ਸੜਕਾਂ ਬਣ ਰਹੀਆਂ, ਨਾਲ ਦੀ ਨਾਲ ਨੌਕਰੀ ਮਿਲਦੀ ਹੈ। 1963 ਦੀ ਗੱਲ ਹੈ, 61 ਦੀ ਸੱਚ। ਮੈਂ ਕਿਹਾ ਮੈਂ ਨਹੀਂ, ਮੈਂ ਤਾਂ ਟੀਚਰ ਲੱਗਣਾ। ਕਹਿੰਦਾ ਨਹੀਂ ਨਹੀਂ, ਤੂੰ ਇਹ ਕੋਰਸ ਕਰ ਲੈ, ਤੇਰੀ ਵੀ ਕੋਠੀ ਹੋਏਗੀ, ਸਾਡੀ ਵੀ ਹੋਵੇਗੀ, ਵੀ ਹਰਾਮ ਦੀ ਕਮਾਈ ਹੋਏਗੀ ਨਾ। ਮੈਂ ਲੈ ਸਾਡਾ ਐਡਾ ਵੱਡਾ ਕੋਠਾ, ਮੈਂ ਕੋਠੀ ਕੀ ਕਰਨੀ ਹੈ? ਕਹਿੰਦਾ ਨਹੀਂ, ਮੈਂ ਤੈਨੂੰ ਸ਼ਹਿਰ 'ਚ ਕਦੇ ਲੈ ਕੇ ਜਾਊਂ, ਦਿਖਾਊਂ ਕੋਠੀ ਕੀ ਹੁੰਦੀ ਹੈ। ਸੋ ਉੱਚੇ ਮੰਦਰ, ਵੱਡੀਆਂ ਵੱਡੀਆਂ ਕੋਠੀਆਂ, ਮਹਿਲ ਮਾੜੀਆਂ ਆ ਰਾਣੀਆਂ। ਹਸਤ ਘੋੜੇ ਜੋੜੇ ਮਨ ਭਾਣੀ। ਹਾਥੀ ਘੋੜੇ ਇਕੱਠੇ ਕੀਤੇ, ਜੋੜੇ ਇਕੱਠੇ ਕਰ ਲਏ। ਮਨ ਭਾਣੀ, ਮਨ ਨੂੰ ਚੰਗੇ ਲੱਗਣ ਵਾਲੇ ਹਾਥੀ ਘੋੜੇ ਇਕੱਠੇ ਕਰ ਲਏ। ਵੱਡ ਪਰਿਵਾਰ ਪੂਤ ਅਰ ਧੀਆਂ। ਬੜਾ ਵੱਡਾ ਪਰਿਵਾਰ ਹੈ, ਪੁੱਤਰ ਹਨ, ਧੀਆਂ ਹਨ। ਮੋਹ ਪਚੇ ਪਚ ਅੰਧਾ ਬੂਆ। ਪਰ ਇਹ ਅਗਿਆਨੀ, ਅੰਧਾ ਭਾਵ ਅਗਿਆਨੀ, ਇਹ ਅਗਿਆਨੀ ਇਹਨਾਂ ਦੇ ਮੋਹ ਵਿੱਚ ਹੀ ਫਸ ਕੇ ਖੁਆਰ ਹੁੰਦਾ ਰਹਿੰਦਾ ਹੈ। ਪਚੇ ਪਚ ਖੁਆਰ ਹੁੰਦਾ ਰਹਿੰਦਾ ਹੈ ਅਤੇ ਅਖੀਰ ਨੂੰ ਮਰ ਜਾਂਦਾ ਹੈ। ਜਿਨੇ ਉਪਾਹਾ ਤਿਨੇ ਬਿਨਾਹ। ਉਪਾਹਾ ਮੈਨੇ ਪੈਦਾ ਕੀਤਾ, ਬਿਨਾਹ ਮੈਨੇ ਨਾਸ ਕੀਤਾ। ਜਿਨੇ ਇਸ ਨੂੰ ਪੈਦਾ ਕੀਤਾ ਸੀ ਉਸ ਪਰਮਾਤਮਾ ਨੇ ਇਹਨੂੰ ਨਾਸ ਕਰਤਾ। ਰੰਗ ਰਸਾ ਜੇਤੇ ਸੁਪਨਾਹ। ਇਹ ਜਿਹੜੀ ਅਸੀਂ ਮੌਜਾਂ ਕਰ ਰਹੇ ਹਾਂ, ਰਸਾ ਇੰਦਰੀਆਂ ਦੇ ਰਸ ਭੋਗ ਰਹੇ ਹਾਂ, ਇਹ ਸਭ ਸੁਪਨੇ ਦੀ ਨਹੀਂ ਹੈ। ਜਿਵੇਂ ਸੁਪਨਾ ਟੁੱਟ ਗਿਆ, ਸਭ ਖਤਮ। ਮੌਤ ਕੀ ਹੈ? ਸੁਪਨੇ ਦਾ ਟੁੱਟ ਜਾਣਾ। ਅਸੀਂ ਸਾਰੇ ਧਰਮ ਅਨੁਸਾਰ ਸੁਪਨੇ ਵਿੱਚ ਹਾਂ। ਮੈਂ ਸੁਪਨੇ 'ਚ ਹੀ ਕਥਾ ਕਰ ਰਿਹਾ, ਤੁਸੀਂ ਸੁਪਨੇ 'ਚ ਹੀ ਸੁਣ ਰਹੇ ਹੋ। ਪਰ ਸੁਪਨੇ ਦੇ ਵਿੱਚ ਉਹ ਸੁਪਨਾ ਨਹੀਂ ਲੱਗਦਾ, ਉਦੋਂ ਸੱਚ ਲੱਗ ਰਿਹਾ ਹੁੰਦਾ। ਸੁਪਨੇ ਵਿੱਚ ਜੋ ਕੁਛ ਹੋ ਰਿਹਾ ਹੁੰਦਾ ਨਾ ਸਾਡੇ ਨਾਲ, ਉਹ ਸੱਚ ਲੱਗਦਾ ਹੈ। ਜਦੋਂ ਸੁਪਨਾ ਟੁੱਟਦਾ ਫਿਰ ਸਾਨੂੰ ਪਤਾ ਲੱਗਦਾ ਇਹ ਤਾਂ ਸੁਪਨਾ ਸੀ। ਧਰਮ ਕਹਿੰਦਾ ਤੁਸੀਂ ਸੁਪਨੇ ਵਿੱਚ ਹੋ। ਜਦੋਂ ਤੁਹਾਡਾ ਸੁਪਨਾ ਟੁੱਟਿਆ ਨਾ, ਉਹਨੂੰ ਕਹਿੰਦੇ ਮੌਤ ਹੋ ਗਈ। ਤੁਹਾਡਾ ਐਕਚੁਅਲੀ ਕੁਛ ਨਹੀਂ ਮਰਿਆ, ਤੁਸੀਂ ਮਰੇ ਨਹੀਂ, ਕਹਿੰਦੇ ਤੁਹਾਡਾ ਸੁਪਨਾ ਟੁੱਟ ਗਿਆ। ਫਿਰ ਤੁਹਾਨੂੰ ਪਤਾ ਲੱਗੇ ਜਿਹੜੇ 80 ਸਾਲ ਜਿਵੇਂ ਨਾ, ਇਹ ਤਾਂ ਸੁਪਨੇ 'ਚ ਹੀ ਜਿਵੇਂ ਐਵੇਂ ਰੋਂਦੇ ਪਿੜਦੇ ਰਹੇ, ਔਖੇ ਹੁੰਦੇ ਰਹੇ, ਭੱਜ ਨੱਠ ਕਰਦੇ ਰਹੇ ਵੀ ਓਹੋ ਇਹ ਤਾਂ ਸੁਪਨਾ ਸੀ। ਸੁਪਨੇ ਵਿੱਚ ਕਈ ਵਾਰ ਮੈਂ ਦੇਖ, ਕਦੇ ਕਦੇ ਛੋਟਾ ਸੁਪਨਾ ਹੋਣਾ, ਸ਼ੇਰ ਮਗਰ ਲੱਗ ਗਿਆ, ਭੱਜੇ ਜਾਣਾ, ਅੱਗੇ ਵਾੜ ਆ ਗਈ ਹੈ, ਉੱਤੋਂ ਛਾਲ ਮਾਰਨੀ, ਡਿੱਗ ਪੈਣਾ ਅਤੇ ਨਾਲ ਸੁਪਨਾ ਟੁੱਟ ਜਾਣਾ।
तो देखना पसीनो पसीनी होया सर्दियों च भी, ना कोई शेर ना कोई वाड़ ना गल ना कोई बात, मुंजी दुखी हो ही गए। धर्म कहता है इंसान तू सुपने विच, जिदे सुपना टुटेगा उदे तेनों असलीयत का पता लग जाएगा। जिउंदे जी भी सुपना उदों टुटदा जदों असीं ब्रह्म ज्ञानी हो जाइए। जदों ब्रह्म ज्ञानी हो जाएगा फिर जिउंदे ही सानू पता लगेगा कि असीं तो सुपने विच हां। हुण नहीं सानू लग रहा, जिन्ना मर्जी कोई कही जाए तुसीं सुपने विच हो, कोई मन्नण नूं तैयार नहीं है। लै सुपने च कित्थे हां, मैं तो आ कर रहा, मैं तो वो कर रहा। जदों डैथ हुंदी है उहदा मतलब तुहाडा सुपना टुट गया है। फिर तुहानूं असलीयत का पता लगता है मनुख नूं कि ओहो मैं तो सारी उम्र सुपने च ही रहा है। भजन बंदगी करदियां 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 करदे एक ऐसी अवस्था आ जाती है जिथे मनुख का जिउंदियां ही सुपना टुट जाता है। इसलिए फिर उसका कोई मोह नहीं रहिंदा भी ये तो सुपना सी, सुपने नाल काहदा प्यार करना, ये तो सुपने दियां सारियां रिश्तेदारियां हैं, ये असलीयत नहीं है, ये तो सुपने दे विच ही सब कुछ हो रहा है। इसलिए कहते हैं जेड़े ये राजे रूजे कहते रंग मौजा माणदे ने, रसा इंद्रियां दे स्वाद लैंदे ने, ये तो इस तरह जैसे सुपना है, जिवें सुपना होवे। सोई मुक्ता तिस राज माल, नानक दास जिस खसम दयाल। जिस ते परमात्मा दयालु हो जन, परमात्मा दे जिस दास ते भगत ते परमात्मा दयालु हो जाए, वो फिर कहते इस सुपने तो मुक्त हो जाता, वो जिउंदियां ही मुक्त हो जाता है। असल च यही राज है, यही माल है। आसा महला पंजवां। इन स्यों प्रीत करी कनेरी, जो मिलिए तो वधै वधेरी। इन भाव माया, इन स्यों प्रीत करी कनेरी, माया नाल कहंदा बड़ा प्यार कीता, कनेरी मैंने बहुत। जो मिलिए तो वधै वधेरी, जदों माया मिलती है फिर कहते इहदी इच्छा होर वधदी है, होर होवे होर होवे, क्योंकि मन नहीं रज्या करता। बिना संतोख न कोऊ राजै, सबर संतोख तो बिना भावें करोड़ा रुपये कोल क्यों ना, मन नहीं रज्या करता। मन चाहता होर होवे होर होवे होर होवे। ये फिर जो भजन बंदगी है हौली हौली साडे च सबर संतोख पैदा करता है। फिर बंदे नूं ज्ञान दो, बंदिया आ तू 2-4 रोटियां खाने, 2-4 कपड़े पाने, क्यों इवें औखा ही जाना। ये किसी ने तो जिउंदियां ही इस असलीयत का ज्ञान हो जाता, वो तो उदों बाद आनंद विच है। कईयां नूं मरण तक भी ये ज्ञान नहीं हुंदा, बंदिया आ 2-4 रोटियां खाणियां, 2-4 कपड़े पाने, क्यों एवें वक्त नूं फड़िया होया। जदों ही किसी नूं ये ज्ञान हो गया उस तो बाद आनंद ही आनंद है, उस तो बाद आनंद ही आनंद। तो है भी यही, आही 2-4 कपड़े पाने, आही 2-4 रोटियां खाने, होर उत्थे की। बंदा ज्यों लगता सवेर तो शाम तक लगा लाला लाला खाणियां 2 रोटियां। जिन्ने ज़्यादा पैसे होणगे उन्नियां तुसीं घट रोटियां खाओ, क्यों बीमारियां ही बहुत लग जानियां। फिर मेरे वर्गियां तो कह डॉक्टर दुध नहीं पीना, दही नहीं खाना, लस्सी नहीं पीनी, दुध वाली चाह नहीं पीनी, कणक की रोटी नहीं खानी, बंद कर दो जी। हो गई ना सत श्री अकाल। खा पुत बाजरा, खा ज्वार, खा मक्की, खा छोले, खा रागी नवीं नवीं चीज़ां खाण नूं मिलीਆਂ। पर मैं देखे सारिया चीज़ां कणक की रोटी तो वध स्वाद ने। पहला मैं सोचा सी पता नहीं स्वाद लगनी कि नहीं लगनी, पर नहीं, ये कणक की रोटी तो वध स्वाद ने। कणक जिहड़ी है एक तो शूगर ज़्यादा पैदा करती है, कणक दे विच बड़ा स्यापा है। कणक जिहड़ा है क्योंकि देखो आपां आटे नूं घोल के ना लेवी बनाते सी, कई बारी मैदा नहीं सी मिलता, आटे नूं उहदे नाल आपां
ਜਿਹੜੇ ਕਾਗਜ਼ ਚਿਪਕਾਉਂਦੇ ਸੀ ਕਿ ਨਹੀਂ। ਮੈਦੇ ਤੋਂ ਆਪਾਂ ਲੇਵੀ ਬਣਾ ਕੇ ਪੱਗਾਂ ਨੂੰ ਲਾਉਂਦੇ ਹੁੰਦੇ ਸੀ। ਇਸ ਪ੍ਰਕਾਰ ਇਹ ਅੰਦਰੋਂ ਆਂਤੜੀਆਂ ਨੂੰ ਨੁਕਸਾਨ ਕਰਦੀ ਹੈ। ਇਸ ਲਈ ਨਵੀਆਂ ਖੋਜਾਂ ਅਨੁਸਾਰ ਜਿਹੜੇ ਡਾਈਟੀਸ਼ਨ ਨੇ ਇਹ ਬੰਦ ਕਰ ਦਿੰਦੇ। ਹਾਲਾਂਕਿ ਮੈਨੂੰ ਕਣਕ ਤੋਂ ਐਲਰਜੀ ਨਹੀਂ ਸੀ, ਪਰ ਉਹਨੇ ਬੰਦ ਕਰਤੀ। ਕਹਿੰਦੇ ਬੰਦ ਕਰ ਦਿਓ ਜੀ ਬਸ। ਇਹ 4 ਚੀਜ਼ਾਂ ਭੁੱਲ ਜਾਓ। ਦੁੱਧ ਪੀਣ ਨੂੰ ਜੀ ਕਰਦਾ, ਸੋਇਆਬੀਨ ਦਾ ਪੀਓ ਦੁੱਧ, ਸੋਇਆ ਦਾ ਦੁੱਧ ਪੀਓ। 15 ਰੁਪਏ ਦਾ ਪੈਕਟ ਆਉਂਦਾ, ਚਾਹੇ ਜਾਂਦੇ ਜਾਂਦੇ ਪੀ ਲਿਆ ਕਰੋ, ਤੇ ਕਿਸੇ ਦੁਕਾਨ 'ਤੇ ਖੜ੍ਹ ਕੇ ਚਾਹੇ ਘਰ ਮੰਗਾ ਕੇ ਪੀ ਲਓ। ਦੁੱਧ ਪੀਣ ਨੂੰ ਜੀ ਕਰਦਾ, ਸੋਇਆ ਦਾ ਪੀਓ। ਉਹ ਵੀ ਅੱਗੇ ਜੱਟੀ ਸੀ ਜਿਹੜੀ ਇਹ ਬਾਜਵਾ, ਇਹ ਤਾਂ ਮੈਂ ਵੀ ਜੜ ਸੀ, ਹੱਸਣ ਲੱਗ ਗਈ। ਕਹਿੰਦੇ ਆਪਾਂ ਜੱਟ ਦੁੱਧ ਬਿਨਾਂ ਰਹਿੰਦੇ ਨਹੀਂ ਹੈਗੇ, ਇਸ ਲਈ ਦੁੱਧ ਪੀਣ ਨੂੰ ਜੀ ਕਰੇ ਸੋਇਆ ਦਾ ਪੀ ਲਿਆ ਕਰੋ। ਸੋ ਕਹਿਣ ਦਾ ਮੇਰਾ ਮਤਲਬ, ਜਿਉਂ ਜਿਉਂ ਤੁਸੀਂ ਅਮੀਰ ਹੋ ਗਏ ਤਿਉਂ ਤਿਉਂ ਰੋਟੀ ਘੱਟ ਜਾਏਗੀ। ਫਿਰ ਖਟਿਆ ਕੀ? ਮੰਨ ਲਓ ਬਾਈ ਚਾਂਸ ਸ਼ੂਗਰ ਹੋ ਜਾਏ ਮੈਨੂੰ, ਮੇਰੇ 10,000 ਮੇਰੀ ਜੇਬ 'ਚ ਹੈ, ਕੋਹਲੀ ਸਵੀਟਸ ਕੋਲੋਂ ਲੰਘ ਰਿਹਾ, ਆਹਾ ਸਵਾਦ ਆ ਰਿਹਾ, ਖੁਸ਼ਬੂ ਆ ਰਹੀ ਹੈ ਵੀ ਖਾ ਚੱਲੀ ਕੁਛ। ਹਾਂ, ਪਰ ਡਾਕਟਰ ਕਹਿੰਦਾ ਜੇ ਖਾਏਗਾ ਤਾਂ ਮਰੇਗਾ। ਬਸ ਗਿਆ ਨਾ ਸਾਰੇ, ਚੱਟ ਲਓ ਰੁਪਈਆਂ ਨੂੰ, ਕੀ ਕਰੋਗੇ? ਫਿਰ ਉਦੋਂ ਸਮਝ ਆਉਂਦੀ ਹੈ ਵੀ ਐਵੇਂ ਬੰਦਾ ਤੂੰ ਔਖਾ ਜਿਹਾ ਹੋ ਜਾਣਾ। ਜਿਉਂ ਜਿਉਂ ਅਮੀਰ ਹੋਏਗਾ ਤੈਨੂੰ ਬਿਮਾਰੀਆਂ ਲੱਗਣਗੀਆਂ। ਹਾਂ, ਗਰੀਬ ਨੂੰ ਘੱਟ ਬਿਮਾਰੀਆਂ ਲੱਗਦੀਆਂ। ਕਿਉਂ? ਉਹ ਮਿਹਨਤ ਕਰਦਾ, ਵਿਚਾਰਾ ਮਜ਼ਦੂਰੀ ਕਰਦਾ, ਲੱਗਾ ਰਹਿੰਦਾ, ਐਕਸਰਸਾਈਜ਼ ਹੁੰਦੀ ਰਹਿੰਦੀ ਹੈ। ਜਿਉਂ ਜਿਉਂ ਅਮੀਰ ਹੋਏਗਾ ਉਹਦਾ ਖਲਾਰਾ ਵੱਧਦਾ ਜਾਏਗਾ, ਉਹਦੇ ਕੋਲ ਐਕਸਰਸਾਈਜ਼ ਕਰਨ ਨੂੰ, ਸੈਰ ਕਰਨ ਨੂੰ ਟਾਈਮ ਹੀ ਨਹੀਂ ਹੁੰਦਾ, ਅਤੇ ਫਿਰ ਬਿਮਾਰੀਆਂ ਲੱਗਣੀਆਂ। ਹੋਰ ਕੀ ਹੋਣਾ? ਤਾਂ ਮੈਂ ਇਸ ਤੱਤ 'ਤੇ ਪਹੁੰਚਾਂਗੇ। 2 ਕੰਮ ਸਭ ਤੋਂ ਔਖੇ ਨੇ, ਇੱਕ ਭਜਨ ਬੰਦਗੀ ਕਰਨਾ, ਇੱਕ ਕਸਰਤ ਕਰਨਾ ਜਾਂ ਸੈਰ ਕਰਨਾ। ਇਹ ਔਖਾ ਕੰਮ ਲੱਗਦਾ। ਬਾਕੀ ਇਸ ਬੰਦੇ ਜੋ ਮਰਜ਼ੀ ਕਰਾ ਲਓ, ਇਹ ਕਰਨ ਨੂੰ ਤਿਆਰ ਹੈ। ਇਹ ਜੇ ਕੋਈ ਕਸਰਤ ਕਰਦਾ, ਸੈਰ ਕਰਦਾ, ਭਜਨ ਬੰਦਗੀ ਨਹੀਂ ਕਰਦਾ, ਜਿਹੜਾ ਭਜਨ ਬੰਦਗੀ ਕਰਦਾ ਉਹ ਸੈਰ ਨਹੀਂ ਕਰਦਾ। ਭਾਗਾਂ ਵਾਲੇ ਨੇ ਜਿਹੜੇ ਦੋਨੋਂ ਕੰਮ ਕਰਦੇ ਨੇ, ਉਹ ਭਾਗਾਂ ਵਾਲੇ ਨੇ, ਉਹ ਫਿਰ ਕਾਫੀ ਦੇਰ ਤੱਕ ਤੰਦਰੁਸਤ ਰਹਿੰਦੇ ਨੇ, ਬਿਮਾਰੀਆਂ ਤੋਂ ਬਚੇ ਰਹਿੰਦੇ ਨੇ। ਕੁਝ ਬਿਮਾਰੀਆਂ ਸੇ ਜਿੰਨੀ ਮਰਜ਼ੀ ਸੈਰ ਕਰ ਲਓ, ਜੋ ਮਰਜ਼ੀ ਕਰ ਲਓ, ਕੈਂਸਰ ਨੇ ਇਹ ਗੱਲ ਨਹੀਂ ਪੁੱਛਣੀ ਕਿ ਤੁਸੀਂ ਰੋਜ਼ ਸੈਰ ਕਰਦੇ ਸੀ ਜਾਂ ਕੀ ਕਰ। ਨੋ, ਡਾਕਟਰਾਂ ਨੂੰ ਵੀ ਕੈਂਸਰ ਹੋ ਜਾਂਦਾ ਵਿਚਾਰਾ। ਬੜਾ ਪ੍ਰਸਿੱਧ ਡਾਕਟਰ ਰਜਿੰਦਰ ਹਸਪਤਾਲ ਹੈੱਡ ਆਫ ਦ ਡਿਪਾਰਟਮੈਂਟ ਸੀ ਆ ਥਾਇਰਾਇਡ ਦਾ, ਅੰਬਾਲੇ ਤੋਂ ਆਇਆ, ਕਦੇ ਬੱਲੇ ਬੱਲੇ ਉਸ ਡਾਕਟਰ ਦੀ ਸੀ, ਵਿਚਾਰਾ ਕੈਂਸਰ ਨਾਲ ਮਰ ਗਿਆ। ਰਿਟਾਇਰ ਹੋਣ ਤੋਂ ਬਾਅਦ ਕੈਂਸਰ ਹੋ ਗਿਆ, 2 ਸਾਲਾਂ 'ਚ ਮਰ ਗਿਆ। ਕੁਝ ਬਿਮਾਰੀਆਂ ਨੇ, ਕਸਰਤ ਕਰੋ, ਜੋ ਮਰਜ਼ੀ ਪਰਹੇਜ਼ ਕਰ ਲਓ, ਉਹਨਾਂ ਨੇ ਤੁਹਾਨੂੰ ਲੱਗ ਹੀ ਜਾਣੀਆਂ ਨੇ। ਪਰ ਬਹੁਤੀਆਂ ਬਿਮਾਰੀਆਂ ਜਿਹੜੇ ਹੈ ਉਹ ਸੈਰ ਕਰਨਾ, ਕਸਰਤ ਕਰਨ ਤੋਂ ਅਸੀਂ ਬਚੇ ਰਹਿੰਦੇ ਹਾਂ। ਖੈਰ, ਸੋ ਦੱਸਣ ਦਾ ਮਤਲਬ ਕੀ ਸੀ ਕਿ ਹੇ ਬੰਦਿਆ, ਤੂੰ ਐਵੇਂ ਹੀ ਲੱਗਾ ਹੋਇਆ, ਔਖਾ ਜਿਹਾ ਹੋਈ ਜਾਂਦਾ, ਅਖੀਰ ਨੂੰ ਖਾਣੀ ਤਾਂ 2-4 ਰੋਟੀਆਂ, 2-4 ਕੱਪੜੇ ਪਹਿਨ, ਹੋਰ ਕੀ ਹੈ। ਕਹਿੰਦੇ ਜਿੰਨਾ ਅਸੀਂ ਮਾਇਆ ਨੂੰ ਪਿਆਰ ਕਰਦੇ, ਇਨਸਿਓ ਪ੍ਰੀਤ ਕਰੀ ਘਨੇਰੀ। ਜਿੰਨਾ ਵੀ ਅਸੀਂ ਇਸ ਨੂੰ ਜ਼ਿਆਦਾ ਪਿਆਰ ਕਰਦੇ ਹਾਂ, ਜੋ ਮਿਲੀਏ ਤਾਂ ਵਧੇ ਵਧੇਰੀ। ਜਦੋਂ ਫਿਰ ਮਾਇਆ ਮਿਲਦੀ ਹੈ, ਇਹ ਜਿਹੜਾ ਹੈ ਮਾਇਆ ਨਾਲ ਪਿਆਰ ਹੈ, ਮੋਹ ਹੈ, ਉਹ ਵੱਧਦਾ ਜਾਂਦਾ ਹੈ, ਘਟਦਾ ਨਹੀਂ ਹੈ। ਹੋਰ ਹੋਵੇ, ਹੋਰ ਹੋਵੇ। ਮੈਂ ਦੇਖਿਆ ਜਦੋਂ ਬੰਦਾ ਗਰੀਬ ਹੈ, ਉਹ ਸੋਚਦਾ ਮੇਰੇ ਕੋਲ ਜੇ ਲੱਖ ਰੁਪਈਆ ਹੋਵੇ ਨਾ, ਪਤਾ ਨਹੀਂ ਮੈਂ ਕੀ ਹੋ ਜਾਵਾਂਗਾ। ਜਦੋਂ ਲੱਖ ਰੁਪਈਆ ਹੋ ਜਾਂਦਾ ਨਾ, ਕੋਈ ਕਹਿੰਦਾ ਯਾਰ ਤੂੰ ਮੋਟਰਸਾਈਕਲ ਹੀ ਖਰੀਦ ਲੈ, ਕੋਈ ਮੋਪੜ ਖਰੀਦ ਲੈ। ਉਹ ਮੋਪੜ ਖਰੀਦ ਉਹ ਹੋ ਗਈ 85,000 ਦੀ, ਚੱਲ ਮਗਰ ਕਿ 15,000 ਬਚੇ, ਉਹਦਾ ਕੀ ਬਣਦਾ? ਮੁੱਕ ਵੀ ਗਏ। ਉਹ ਕਹਿੰਦੇ ਤਾਂ ਕੁਛ ਨਹੀਂ ਯਾਰ, ਕਰੋੜ ਹੋਣਾ ਚਾਹੀਦਾ। ਉਹ ਕਰੋੜ ਹੋਏਗਾ, 50 ਲੱਖ ਦਾ ਘਰ ਪਾਲੇਗਾ, 25 ਲੱਖ ਦੀ ਗੱਡੀ ਖਰੀਦੇ, ਬਾਕੀ 25 ਲੱਖ ਬਚੇ, ਉਹਦੇ ਨਾਲ ਕੀ ਬਣਦਾ? ਗਿਆ ਵੀ ਕੋਈ ਨਹੀਂ ਬਣਦਾ। ਜਿਉਂ ਜਿਉਂ ਤੁਸੀਂ ਅਮੀਰ ਹੋਗੇ, ਤੁਹਾਡਾ ਸਟੈਂਡਰਡ ਹਾਈ ਹੁੰਦਾ ਜਾਏਗਾ, ਗੱਲ ਉੱਥੇ ਦੀ ਉੱਥੇ ਰਹਿ ਜਾਣੀ। ਸੋ ਇਹ ਮਾਇਆ ਦੀ ਜਿਹੜੀ ਤਮੰਨਾ ਹੈ, ਇਹ ਵਧੀ ਜਾਂਦੀ ਹੈ। ਗੱਲ ਚਮੜੀ, ਇਹ ਚਮੜੀ ਨਹੀਂ ਸਮਝ, ਚਮੜੀ ਤੋਂ ਹੁੰਦਾ ਸਕਿਨ, ਚਮੜੀ ਚੱਚੇ ਤੇ ਟਿੱਪੀ। ਇਹ ਗਲ ਨਾਲ ਐਸੀ ਚੰਬੜਦੀ ਹੈ ਮਾਇਆ, ਜੋ ਛੋੜਿਆ ਨਾ ਫਿਰ ਖੇੜਾ ਨਹੀਂ ਛੱਡਦੀ। ਇਹ ਮਾਇਆ ਤੋਂ ਖੇੜਾ ਛਡਾਉਣਾ ਫਿਰ ਬਹੁਤ ਔਖਾ ਹੈ। ਬੰਦਾ ਇਸੇ ਨੂੰ ਕਮਾਉਣ ਦੇ ਵਿੱਚ ਹੀ ਫਸ ਜਾਂਦਾ। ਸਾਡਾ ਰਿਸ਼ਤੇਦਾਰ ਅਮਰੀਕਾ ਰਹਿੰਦਾ, ਉਹਨੇ ਕੋਈ ਪੁੱਛਿਆ ਮੇਰੇ ਤੋਂ,
ਮੈਂ ਬਈ ਰੋਜ਼ 1 ਘੰਟਾ ਚੌਪਈ ਸਾਹਿਬ ਦੇ ਪਾਠ ਕਰਕੇ ਜਲ ਪੀਆ ਕਰ। ਕਹਿੰਦੇ ਫੁੱਫੜ ਜੀ ਉਹ ਤਾਂ $50 ਮੇਰਾ ਨੁਕਸਾਨ ਹੋ ਜਾਏਗਾ। ਕਹਿੰਦੇ ਇੱਥੇ 1 ਘੰਟੇ ਦੇ ਮੈਨੂੰ $50 ਮਿਲਦੇ ਨੇ। ਵੀ ਤਾਂ ਤੇਰੀ ਮਰਜ਼ੀ ਹੈ, ਜਾਂ ਡਾਲਰ ਕਮਾ ਲੈ ਜਾਂ ਫਿਰ ਤੂੰ ਤੰਦਰੁਸਤ ਹੋ ਲੈ, ਆਪਣੀ ਮਰਜ਼ੀ ਤੇਰੀ। ਦੇਖੋ ਪਾਠ ਕਰਨਾ ਇਸ ਲਈ ਔਖਾ ਹੈ। ਮੈਂ ਭੇਜ ਦਿਆ ਕਰਾਂਗਾ $50 ਮਹੀਨੇ ਦੇ ਹਿਸਾਬ ਨਾਲ, ਤੂੰ ਕਰ ਲੈ। ਫਿਰ ਹੱਸਣ ਲੱਗ ਗਿਆ। ਕਹਿੰਦਾ ਹੈ ਤੇ ਔਖਾ ਜੀ। ਔਖਾ ਹੀ ਇਸ ਲਈ ਹੈ, ਸਾਡੇ ਦੇਸ਼ ਦੇ ਵਿੱਚ ਘੰਟਿਆਂ ਅਨੁਸਾਰ ਸਾਨੂੰ ਪੈਸੇ ਨਹੀਂ ਮਿਲਦੇ, ਨਹੀਂ ਤਾਂ ਅਸੀਂ ਵੀ ਬਹੁਤ ਕੰਮ ਲੱਗ ਜੀ ਕਰਨ। ਜੇ ਘੰਟਿਆਂ ਅਨੁਸਾਰ ਸਾਨੂੰ ਪੈਸੇ ਮਿਲਣ ਲੱਗ ਜਾਣ, ਅਸੀਂ 12-12 ਘੰਟੇ ਕੰਮ ਕਰੀਏ। ਕਿਉਂ? ਇੱਥੇ 8 ਘੰਟੇ ਦੀ ਡਿਊਟੀ ਨਿਬੜਿਆ ਕੰਮ, ਉੱਥੇ ਤਾਂ ਘੰਟਿਆਂ ਅਨੁਸਾਰ ਪੈਸੇ ਮਿਲਦੇ ਨੇ। ਇਸ ਲਈ ਲੋਕ ਦਿਨ ਰਾਤ ਲੱਗੇ ਰਹਿੰਦੇ, 16 ਘੰਟੇ ਕੰਮ ਕਰਦੇ। ਕਿਉਂ? ਆ $50 ਹੋਰ ਆ ਜਾਣ, ਘੰਟਾ ਹੋਰ ਲਾ ਚੱਲੀਏ। ਜਾਂ ਘਰ ਜਾ ਕੇ ਵੀ ਕਰਨਾ 1 ਘੰਟਾ ਹੋਰ ਲਾ ਚੱਲੀਏ, ਸੌਣੀ ਹੈ ਜਾ ਕੇ 1 ਘੰਟਾ ਹੋਰ ਲਾ ਜੀ। ਇਸ ਤਰ੍ਹਾਂ ਲੱਗੇ ਰਹਿੰਦੇ ਨੇ। ਅਤੇ ਕਿਹੜੇ ਭੜੂਏ ਨੇ ਸੈਰ ਕਰਨੀ ਹੈ ਅਤੇ ਕਿਹੜੇ ਨੇ ਸਿਮਰਨ ਕਰਨਾ। ਕਿਉਂ? ਉਹ ਤਾਂ ਫਿਰ ਘੰਟਿਆਂ ਦੇ ਅਨੁਸਾਰ ਪੈਸੇ ਮਿਲਦੇ ਸੀ, ਬੰਦਾ ਲੱਗਾ ਰਹਿੰਦਾ। ਸਾਡੀ ਗੁੱਡ ਲੱਕ ਹੈ ਕਿ ਇੱਥੇ ਤਾਂ 8 ਘੰਟੇ ਦੀ ਡਿਊਟੀ ਹੈ। ਜੋ ਮੈਂ ਫਿਰ ਦੇਖਦਾ ਨਾ ਪ੍ਰਦੇਸ਼ਾਂ 'ਚੋਂ ਆਪਣੇ ਬੜੇ ਸਤਸੰਗੀ ਚਲੇ ਗਏ ਨੇ, ਸਭ ਕੁਛ ਪਤਾ ਲੱਗਦਾ ਰਹਿੰਦਾ ਹੈ। ਫਿਰ ਮੈਂ ਕਹਿੰਦਾ ਉੱਥੇ ਇਸ ਲਈ ਲੋਕ ਜ਼ਿਆਦਾ ਘੰਟੇ ਕੰਮ ਕਰਦੇ ਨੇ, ਉੱਥੇ ਘੰਟਿਆਂ ਅਨੁਸਾਰ ਪੈਸੇ ਮਿਲਦੇ। ਯੂਰਪ ਦੇ ਜਿੰਨੇ ਦੇਸ਼ ਨੇ, ਏਸ਼ੀਆ ਦੇ ਤਾਂ ਮੈਨੂੰ ਪਤਾ ਨਹੀਂ ਹੈ, ਬਾਕੀ ਸਭ ਘੰਟੇ ਅਨੁਸਾਰ ਪੈਸੇ ਮਿਲਦੇ। ਸੋ ਗੁਰੂ ਮਹਾਰਾਜ ਕਹਿੰਦੇ ਗਲ ਚੰਬੜੀ ਜੋ ਛੋੜੇ ਨਹੀਂ, ਇਹ ਗਲ ਨਾਲ ਚੱਬੜ ਜਾਂਦੀ ਮਾਇਆ, ਫਿਰ ਛੱਡਦੀ ਨਹੀਂ। ਲਾਗ ਛੁਟੋ ਸਤਿਗੁਰ ਕੀ ਪਾਈ, ਇਸ ਤੋਂ ਕਦੋਂ ਛੁਟਕਾਰਾ ਆਏਗਾ ਕਿ ਜੇ ਗੁਰੂ ਦੇ ਚਰਨੀ ਲੱਗ ਜਾਗੇ। ਗੁਰੂ ਦੇ ਚਰਨੀ ਲੱਗਾਂਗੇ, ਭਜਨ ਬੰਦਗੀ ਕਰਾਂਗੇ, ਇਹ ਮਾਇਆ ਵੱਲੋਂ ਧਿਆਨ ਹਟੇਗਾ। ਭਜਨ ਬੰਦਗੀ ਕਰਦਿਆਂ ਕਰਦਿਆਂ ਇਹਦੇ ਨਾਲ ਮੋਹ ਕੱਢਦਾ ਜਾਏਗਾ। ਗੁਰੂ ਦੀ ਪੈਰੀ ਲੱਗ ਕੇ ਹੀ ਇਸ ਤੋਂ ਛੁਟਕਾਰਾ ਹੋ ਸਕਦਾ ਹੈ। ਜਗ ਮੋਹਣੀ ਹਮ ਤਿਆਗ ਗਵਾਈ, ਇਹ ਸਾਰੇ ਸੰਸਾਰ ਨੂੰ ਮੋਹ ਲੈਣ ਵਾਲੀ ਜਿਹੜੀ ਮਾਇਆ ਹੈ, ਅਸੀਂ ਇਹਨੂੰ ਤਿਆਗ ਦਿੱਤਾ ਹੈ, ਅਸੀਂ ਇਹਨੂੰ ਛੱਡ ਦਿੱਤਾ ਹੈ। ਨਿਰਗੁਣ ਮਿਲਿਓ ਵਧੀ ਵਧਾਈ, ਨਿਰਗੁਣ ਪਾ ਪਰਮਾਤਮਾ, ਫਿਰ ਪਰਮਾਤਮਾ ਮਿਲ ਪਿਆ। ਹੁਣ ਵਧਾਈਆਂ ਮਿਲ ਰਹੀਆਂ, ਭਾਵ ਸਾਰੀਆਂ ਇੰਦਰੀਆਂ ਖੁਸ਼ ਨੇ, ਹੁਣ ਖੁਸ਼ ਰਹੋ। ਐਸੀ ਸੁੰਦਰ ਮਨ ਕੋ ਮੋਹ, ਬਾਟ ਘਾਟ ਗ੍ਰਹਿ ਬਣ ਬਣ ਜੋ ਹੈ। ਇਹ ਐਸੀ ਸੁੰਦਰੀ ਹੈ। ਸੁੰਦਰ ਮਾਇਆ ਇਸਤਰੀ ਲਿੰਗ ਹੈ ਨਾ, ਇਸ ਲਈ ਰਾਰਣ ਸਰਿਆ ਸਿਆਰੀ ਲਾਏ ਸੁੰਦਰੀ। ਇਹ ਐਸੀ ਸੁੰਦਰੀ ਹੈ ਕਿ ਮਨ ਨੂੰ ਮੋਹ ਲੈਂਦੀ ਹੈ। ਮਾਇਆ ਐਸੀ ਸੁੰਦਰੀ ਹੈ ਕਿ ਮਨ ਨੂੰ ਮੋਹ ਲੈਂਦੀ ਹੈ। ਕੋਈ ਵੀ ਚੀਜ਼ ਸੁੰਦਰ ਹੈ, ਚਾਹੇ ਫੁੱਲ ਸੁੰਦਰ ਹੈ, ਬਿਲਡਿੰਗ ਸੁੰਦਰ ਹੈ, ਬੰਦਾ ਸੁੰਦਰ ਹੈ, ਔਰਤ ਸੁੰਦਰ ਹੈ, ਮਨ ਨੂੰ ਮੋਹ ਲੈਂਦੇ। ਕੁਦਰਤੀ ਗੱਲ, ਆਪਾਂ ਸੁੰਦਰਤਾ ਵੱਲ ਹਮੇਸ਼ਾ ਹੀ ਖਿੱਚੇ ਜਾਂਦੇ। ਐਸੀ ਕਹਿੰਦੇ ਸੁੰਦਰੀ ਹੈ, ਮਨ ਨੂੰ ਮੋਹ ਲੈਂਦੀ ਹੈ। ਬਾਟ ਰਸਤੇ 'ਚ ਕੋਈ ਬੰਦਾ ਤੁਰਿਆ ਜਾ ਰਿਹਾ ਰਸਤੇ 'ਤੇ, ਉਹਨੂੰ ਘਾਟ ਜਿਹੜੇ ਤੀਰਥ ਸਥਾਨ ਨੇ ਉੱਥੇ, ਗ੍ਰਹਿ ਘਰ ਵਿੱਚ, ਬਨ ਜੰਗਲ ਵਿੱਚ, ਜੋ ਹੈ ਸਭ ਨੂੰ ਤੱਕਦੀ ਰਹਿੰਦੀ ਹੈ ਵੀ ਕਦੋਂ ਮੇਰੇ ਅੜਿੱਕੇ ਆਉਣ। ਜੋ ਹੁੰਦਾ ਇਸ ਭਾਵ ਨਾਲ ਤੱਕਣਾ ਕਿ ਇਹ ਕਦੋਂ ਮੇਰੇ ਅੜਿੱਕੇ 'ਚ ਆਵੇ। ਇਸ ਲਈ ਕੋਈ ਰਾਹ 'ਤੇ ਜਾ ਰਿਹਾ, ਕੋਈ ਤੀਰਥ ਸਥਾਨ 'ਤੇ ਹੈ, ਚਾਹੇ ਕੋਈ ਘਰ 'ਚ ਹੈ, ਚਾਹੇ ਕੋਈ ਜੰਗਲ 'ਚ ਹੈ, ਇਹ ਮਾਇਆ ਉਹਨੂੰ ਜੋਂਦੀ ਰਹਿੰਦੀ ਹੈ, ਤੱਕਦੀ ਰਹਿੰਦੀ ਹੈ। ਮਨ ਤਨ ਲਾਗੈ ਹੋਏ ਕੈ ਮੀਠੀ, ਇਹ ਮਨ ਤਨ ਨੂੰ ਬੜੀ ਮਿੱਠੀ ਲੱਗਦੀ ਹੈ, ਬੜੀ ਚੰਗੀ ਲੱਗਦੀ ਹੈ, ਲੱਗਦੀ ਵੀ ਹੈ, ਐਸੀ ਕੋਈ ਸ਼ੱਕ ਨਹੀਂ। ਗੁਰ ਪ੍ਰਸਾਦ ਮੈਂ ਖੋਟੀ ਡੀਠੀ, ਪਰ ਜਦੋਂ ਗੁਰੂ ਦੀ ਮੇਰੇ 'ਤੇ ਕਿਰਪਾ ਮੈਂ ਦੇਖੇ ਤਾਂ ਖੋਟੀ ਹੈ, ਇਹ ਖਰੀ ਨਹੀਂ ਹੈ, ਇਹ ਖੋਟੀ ਹੈ। ਖੋਟਾ ਬੰਦਾ ਹਮੇਸ਼ਾ ਹੀ ਦੂਸਰੇ ਦਾ ਨੁਕਸਾਨ ਕਰਦਾ ਹੈ। ਖੋਟਾ ਬੰਦਾ ਦੂਸਰੇ ਦਾ ਹਮੇਸ਼ਾ ਨੁਕਸਾਨ ਕਰਦਾ, ਕਹਿੰਦਾ ਮਾਇਆ ਖੋਟੀ ਹੈ। ਇਹ ਸਾਡਾ
ਚੰਗੇ ਪਾਸਿਓਂ ਧਿਆਨ ਹਟਾ ਕੇ ਮਾੜੇ ਪਾਸੇ ਮਾਇਆ ਦੀ ਖਾਤਰ ਲੋਕ ਚੋਰੀਆਂ ਕਰਦੇ ਨੇ, ਮਾਇਆ ਦੀ ਖਾਤਰ ਡਾਕੇ ਮਾਰਦੇ ਨੇ, ਆਹ ਮਾਇਆ ਦੀ ਖਾਤਰ ਹੀ ਕਤਲ ਕਰਦੇ ਨੇ। ਪਤਾ ਨਹੀਂ ਕਿੰਨੇ ਕਰੋੜ ਰੁਪਈਆ ਲਿਆ ਹੋਣਾ ਜਿਹੜੇ ਕਤਲ ਕਰ ਗਏ ਨੇ ਸਿੱਧੂ, ਪਤਾ ਨਹੀਂ ਕਿੰਨੇ ਕਰੋੜ ਲਿਆ ਹੋਣਾ। ਧਮਕੀ ਪੱਤਰ ਭੇਜ ਦਿੰਦਾ, ਇੰਨੇ ਲੱਖ ਦੇ ਕੇ ਜਾਨੇ ਤੈਨੂੰ, ਤੇਰਾ ਉਹ ਮੂਸੇ ਵਾਲਾ ਅਸੀਂ ਹਾਲ ਕਰ ਦਿਆਂਗੇ। ਇਹ ਮਾਇਆ ਦੀ ਖਾਤਰ ਸਭ, ਚੋਰੀਆਂ ਮਾਇਆ ਦੀ ਖਾਤਰ, ਡਾਕੇ ਮਾਇਆ ਦੀ ਖਾਤਰ, ਕਤਲ ਮਾਇਆ ਦੀ ਖਾਤਰ, ਰਿਸ਼ਵਤਾਂ ਮਾਇਆ ਦੀ ਖਾਤਰ, ਪੈਸੇ ਲੈ ਕੇ ਮੁੱਕਰ ਗਿਆ ਦੋਸਤ ਮਿੱਤਰ ਰਿਸ਼ਤੇਦਾਰ ਤੋਂ ਮਾਇਆ ਦੀ ਖਾਤਰ। ਇਹ ਮਾਇਆ ਦੀ ਖਾਤਰ ਮਨੁੱਖ ਲਗਾਤਾਰ ਪੁੱਠੇ ਕੰਮ ਕਰਦਾ ਰਹਿੰਦਾ। ਕਈ ਵਾਰੀ ਸੋਚੀਦਾ ਵੀ ਪੰਜਾਬ ਦਾ ਆਹ ਹਾਲ ਹੋ ਗਿਆ ਤੇ ਬਿਹਾਰ ਤੋਂ ਵੀ ਮਾੜਾ ਹੋ ਗਿਆ। ਪਹਿਲਾਂ ਬਿਹਾਰੀਆਂ ਨੂੰ ਕਹਿੰਦੇ ਹੁੰਦੇ ਬਿਹਾਰ 'ਚ ਵੀ ਲੁੱਚੇ ਲਫੰਗੇ ਸਾਰੇ ਇਕੱਠੇ ਹੋ ਗਏ ਨੇ, ਹੁਣ ਤਾਂ ਪੰਜਾਬ ਦੇ ਲੋਚ ਵੀ ਲੁੱਚੇ ਲਫੰਗੇ ਹੋਏ ਨੇ। ਸਵੇਰੇ ਅਖਬਾਰ ਪੜ੍ਹੋ, ਚੱਜ ਦੀ ਖਬਰ ਹੀ ਕੋਈ ਨਹੀਂ ਹੁੰਦੀ। ਆਹੀ ਮਾਰ ਧਾੜ ਫਲਾਣਾ, ਇਹ ਹੈ ਵੋ ਹੈ, ਕੋਈ ਹੜਤਾਲ ਕਰ ਰਿਹਾ, ਕੋਈ ਰਸਤੇ 'ਚ ਬੈਠ ਗਿਆ, ਕੋਈ ਕੁਛ ਹੈ, ਕੋਈ ਕੁਛ ਹੈ, ਕੋਈ ਸ਼ਾਂਤੀ ਹੁੰਦੀ ਨਹੀਂ। ਪਤਾ ਨਹੀਂ ਪੰਜਾਬ ਦੇ ਲੋਕ ਕਿੱਧਰ ਨੂੰ ਲੱਗੇ। ਦੇਖੋ ਦਾਤਾ ਭਲੀ ਕਰੇ। ਸੋ ਕਹਿੰਦੇ ਲਾਗ ਛੁਟੋ ਸਤਿਗੁਰ ਕੀ ਪਾਈ, ਜਗ ਮੋਹਣੀ ਹਮ ਤਿਆਗ ਗਵਾਈ, ਨਿਰਗੁਣ ਮਿਲਿਓ ਵਜੀ ਵਧਾਈ। ਰਹਾਓ ऐसी सुंदर मन को मोह है, बाट काट गृह बन बन जो है, मन तन लागै होए कै मीठी, गुर प्रसाद में खोटी डीठी। अगरक उसके बड़े बड़े ठगाऊ, अगरक हुंदा जिहड़े अगे लगन वाले हुंदे ने। मान लो मैं किते जा रहा, मैनू रस्ते का नहीं पता, मेरे अगे कोई कार या मोटरसाइकिल आ लैंदा जी, मेरे मगर मगर आई जाओ। अगवाई करन वाले उन्होंने कहते अगरक। ਇਹ ਮਾਇਆ ਜਿਹੜੇ ਅਗਰਕ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਅਗਰਕ ਨੇ, ਵੱਡੇ ਠਗਾਊ, ਇਹ ਬੜੇ ਵੱਡੇ ਠੱਗ ਨੇ। ਕਹਿੰਦੇ ਇਹ ਆਪਣੀ ੜਿੱਕੀ 'ਚ ਲੈ ਲੈਂਦੇ ਨੇ। ਮਾਇਆ ਦੇ ਅਗਰਕ ਪੰਜ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਮਾਇਆ ਕਿਸ ਨੂੰ ਕਹਿੰਦੇ? ਧਰਮ ਅਨੁਸਾਰ, ਆਹ ਰੁਪਈਏ ਪੈਸੇ ਨੂੰ ਨਹੀਂ ਕਹਿੰਦੇ। ਇਹਦੀ ਤਾਂ ਸਾਰਿਆਂ ਨੂੰ ਸਮਝ ਹੈ। ਮਾਇਆ ਉਸ ਨੂੰ ਧਰਮ 'ਚ ਕਿਹਾ ਗਿਆ ਜਿਹੜੀ ਸਾਨੂੰ ਰੱਬ ਭੁਲਾ ਦੇਵੇ। ਕੋਈ ਵੀ ਚੀਜ਼ ਹੈ, ਚਾਹੇ ਵਿਅਕਤੀ ਹੈ, ਚਾਹੇ ਕੋਈ ਚੀਜ਼ ਹੈ, ਕੋਈ ਦ੍ਰਿਸ਼, ਕੁਛ ਵੀ ਹੈ, ਜਿਹੜਾ ਸਾਨੂੰ ਰੱਬ ਭੁਲਾ ਦੇਵੇ ਉਹਨੂੰ ਧਰਮ 'ਚ ਕਿਹਾ ਮਾਇਆ। ਅਤੇ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜੀ ਭੁਲਾ ਦਿੰਦੇ ਸਾਨੂੰ, ਇਹ ਸਾਡੀ ਮੱਤ ਮਾਰ ਦਿੰਦੇ। ਭਾਵੇਂ ਕਿੰਨੇ ਗਿਆਨਵਾਨ ਬੰਦਾ ਕਿਉਂ ਨਾ ਹੋਵੇ, ਜਦੋਂ ਅਸੀਂ ਇਹਨਾਂ ਦੇ ੜਿੱਕੇ ਚੜ੍ਹਦੇ ਸਭ ਗਿਆਨ ਗੁਣ ਖਤਮ ਹੋ ਸਨ। 6 ਸ਼ਾਸਤਰ ਲਿਖੇ। ਇੱਕ ਜਿਹੜਾ ਉਹਨਾਂ ਦਾ ਲਿਖਾਰੀ ਸੀ, ਰਿਸ਼ੀ ਵੇਦ ਵਿਆਸ ਦੇ ਨਾਲ ਗੱਲਬਾਤ ਹੋ ਗਈ। ਉਹ ਕਹਿੰਦਾ ਵੀ ਜਦੋਂ ਗਿਆਨ ਹੋ ਜਾਏ ਫਿਰ ਨਹੀਂ ਬੰਦਾ ਗਲਤੀ ਕਰਦਾ। ਰਿਸ਼ੀ ਵੇਦ ਵਿਆਸ ਕਹਿੰਦਾ ਜਿੰਨਾ ਚਿਰ ਬ੍ਰਹਮ ਗਿਆਨੀ ਨਾ ਹੁੰਦਾ ਬੰਦਾ, ਇਹ ਗਿਆਨ ਗੁਣ ਕੋਈ ਕੀਮਤ ਨਹੀਂ ਰੱਖਦਾ ਤੁਹਾਡੀ। ਕਿਤੇ ਤੂੰ ਹੰਕਾਰ 'ਚ ਮੈਨੂੰ ਗਿਆਨ ਹੋ ਗਿਆ, ਉਹ ਕਹਿੰਦਾ ਨਹੀਂ ਜੀ ਮੈਨੂੰ ਗਿਆਨ ਹੋ ਗਿਆ, ਹੁਣ ਮੈਂ ਕਿਵੇਂ ਗਲਤੀ ਕਰ ਸਕਦਾ। ਕਹਿੰਦੇ ਇਹ ਤੂੰ ਗੱਲ ਛੱਡ ਦੇ, ਜਿੱਦੇ ਤੇਰੇ 'ਤੇ ਮਾਇਆ ਪ੍ਰਭਾਵ ਪਿਆ ਨਾ, ਤੂੰ ਗਿਆਨ ਗੁਣ ਭੁੱਲ ਜਾਏਗਾ ਜੀ। ਕਹਿੰਦਾ ਨਹੀਂ ਜੀ ਐਂ ਕਿਵੇਂ ਹੋ ਸਕਦਾ। ਕਹਿੰਦੇ ਅੱਛਾ। ਉਹ ਰਿਸ਼ੀ ਨੇ ਮਾਇਆ ਵਰਤਾਤੀ। ਜਿੱਥੇ ਸੀ ਉਹ ਜਿਹਨੇ ਇਹ ਲਿਖਿਆ, ਹਾਂਜੀ ਹਾਂ, ਜੈਮਨੀ ਰਿਸ਼ੀ। ਸ਼ਾਮ ਨੂੰ ਸ਼ਾਮ ਹੋਈ, ਬੱਦਲਵਾਈ ਹੋ ਗਈ, ਬਿਜਲੀ ਕੜਕਣ ਲੱਗ ਪਈ ਹੈ, ਕਿੜਮਿਣ ਹੋਣ ਲੱਗ ਪਈ ਹੈ, ਬੜੇ ਜ਼ੋਰ ਦੀ ਹਨੇਰੀ ਆ ਰਹੀ ਹੈ। ਰਿਸ਼ੀ ਦਰਵਾਜ਼ਾ ਬੰਦ ਕੇ ਆਪ ਕਰਕੇ ਆਪਣੀ ਝੌਂਪੜੀ ਦਾ ਜੰਗਲ 'ਚ ਰਹਿੰਦਾ, ਝੌਂਪੜਾ ਅੰਦਰ ਬਹਿ ਗਿਆ। ਇੱਕ ਲੜਕੀ ਦੀ ਆਵਾਜ਼ ਹੁੰਦੀ ਹੈ, ਬਚਾਓ ਬਚਾਓ ਬਚਾਓ। ਰਿਸ਼ੀ ਬਾਹਰ ਨਿਕਲਿਆ, ਲੜਕੀ ਭੱਜ ਕੇ ਨਿਕਲਿਆ, ਰਿਸ਼ੀ ਜੀ ਮੈਨੂੰ ਬਚਾਓ ਬਚਾਓ। ਕਹਿੰਦੇ ਕੀ ਹੋ ਗਿਆ? ਮੇਰੇ ਮਗਰ ਕਿਤੇ ਡਾਕੂ ਲੱਗ ਗਏ ਨੇ, ਮੇਰੀ ਪੱਤ ਲੁੱਟਣਾ ਚਾਹੁੰਦੇ, ਮੈਨੂੰ ਬਚਾਓ। ਹੁਣ ਦੇਖੋ ਇੱਥੇ ਧਰਮ ਆ ਗਿਆ।
ਧਰਮ ਸੰਕਟ ਖੜਾ ਹੋ ਗਿਆ ਕਿ ਬਈ ਕਾ ਔਰਤ ਨੂੰ, ਬੇਗਾਨੀ ਔਰਤ ਨੂੰ, ਅਣਜਾਣ ਔਰਤ ਨੂੰ ਆਪਣੀ ਝੌਂਪੜੀ 'ਚ ਕਿਵੇਂ ਰੱਖ ਸਕਦਾ? ਉਹ ਰੱਖਣਾ ਵੀ ਨਹੀਂ ਚਾਹੀਦਾ। ਜਿਸ ਔਰਤ ਨੂੰ ਤੁਸੀਂ ਜਾਣਦੇ ਹੀ ਨਹੀਂ ਹੈ ਉਹਨੂੰ ਆਪਣੇ ਘਰ ਨਹੀਂ ਰੱਖਣਾ ਚਾਹੀਦਾ। ਪਰ ਉੱਧਰੋਂ ਰਾਤ ਪੈ ਰਹੀ ਹੈ, ਉੱਧਰੋਂ ਕਹਿੰਦੇ ਮੇਰੇ ਮਗਰ ਡਾਕੂ ਗੁੰਡੇ ਲੱਗੇ ਹੋਏ ਹਨ। ਉਹ ਕਹਿੰਦਾ ਫਿਰ ਇਸ ਤਰ੍ਹਾਂ ਕਰ, ਤੂੰ ਮੇਰੀ ਝੌਂਪੜੀ 'ਚ ਵੜ ਜਾ, ਮੈਂ ਬਾਹਰ ਬਹਿ ਜਾਣਾ, ਤੂੰ ਉੱਧਰ ਕੁੰਡੀ ਲਾ ਲੈ। ਕਹਿ ਜੀ ਜੇ ਤੁਸੀਂ ਮੈਨੂੰ ਕਹਿੰਦੇ ਤੂੰ ਕੁੰਡੀ ਨਹੀਂ ਖੋਲ੍ਹਣੀ ਜਿੰਨਾ ਚਿਰ ਦਿਨ ਨਹੀਂ ਚੜ੍ਹ ਜਾਂਦਾ। ਕਹਿ ਜੀ ਜੇ ਤੁਸੀਂ ਆਵਾਜ਼ ਮਾਰੋ ਕਿ ਤਾਂ ਵੀ ਨਹੀਂ ਖੋਲ੍ਹਣੀ। ਜੇ ਮੈਂ ਵੀ ਤੈਨੂੰ ਆਵਾਜ਼ ਮਾਰਾਂ ਨਾ ਵੀ ਬੇਟਾ ਕੁੰਡੀ ਖੋਲ, ਤੂੰ ਖੋਲ੍ਹਣੀ ਨਹੀਂ ਹੈ। 7 ਬਚਨ ਨਹੀਂ। ਹੁਣ ਮਾਇਆ ਦਾ ਪ੍ਰਭਾਵ ਹੋ ਗਿਆ। ਰਿਸ਼ੀ ਦਾ ਮਨ ਅੱਧੀ ਕੁ ਰਾਤ ਨੂੰ ਡੋਲ ਗਿਆ ਹੈ। ਉਹ ਆਵਾਜ਼ ਮਾਰਦਾ, ਦਰਵਾਜ਼ਾ ਖੋਲ੍ਹੋ। ਉਹ ਕਹਿ ਤੂੰ ਕੌਣ ਹੈ? ਕਹਿੰਦਾ ਮੈਂ ਰਿਸ਼ੀ ਜੈਮਨੀ ਹਾਂ। ਕਹਿੰਦੇ ਮੈਨੂੰ ਜੈਮਨੀ ਨੇ ਕਿਹਾ ਇਹ ਦਰਵਾਜ਼ਾ ਨਹੀਂ ਖੋਲ੍ਹਣਾ, ਚਾਹੇ ਮੈਂ ਆਵਾਜ਼ ਮਾਰਾਂ, ਇਸ ਲਈ ਇਹ ਨਹੀਂ ਖੁੱਲ੍ਹ ਸਕਦਾ। ਕਾਮ ਇੰਨਾ ਚੜਿਆ ਹੋਇਆ, ਛੱਤ 'ਤੇ ਚੜ੍ਹ ਕੇ ਝੌਂਪੜੀ ਦੇ ਉੱਤੋਂ ਛੱਤ ਪਾੜ ਲਈ ਹੈ ਵੀ ਮੈਂ ਉੱਤੋਂ ਹੇਠਾਂ ਲਟਕ ਜਾਣਾ। ਜਦੋਂ ਲਟਕਣ ਲੱਗਿਆ, ਜਿਹੜੀ ਉਹ ਖੁੰਗੀ ਸੀ ਉਹ ਅੜ ਗਈ ਪੇਟ 'ਚ, ਉਹ ਪੇਟ 'ਚ ਫਸ ਗਈ। ਹੁਣ ਨਾ ਉੱਪਰ ਜਾ ਸਕਦਾ ਨਾ ਹੇਠਾਂ ਜਾ, ਤੋਰੀ ਵਾਂਗੂ ਲਟਕ ਰਿਹਾ ਹੈ। ਜਿਹੜਾ ਰਿਸ਼ੀ ਵੇਦ ਵਿਆਸ ਨੇ ਦਿਨ ਚੜਾਤਾ, ਰਿਸ਼ੀ ਵੇਦ ਵਿਆਸ ਆ ਗਿਆ। ਕਹਿੰਦਾ ਜੈਮਨੀ ਜੈਮਨੀ ਕਿੱਥੇ ਹੈ? ਕਹਿ ਜੀ ਮੈਂ ਛੱਤ 'ਤੇ ਲਟਕ ਰਿਹਾ, ਪਹਿਲਾਂ ਮੈਨੂੰ ਤੁਸੀਂ ਲਾਓ। ਰਿਸ਼ੀ ਨੇ ਲਾਇਆ। ਕਹਿੰਦੇ ਕਿਉਂ ਜੈਮਨੀ? ਮੈਂ ਤੈਨੂੰ ਕਿਹਾ ਸੀ ਨਾ, ਗਿਆਨ ਭਾਵੇਂ ਕਿੰਨਾ ਹੋਵੇ, ਇਹ ਮਨ ਦਾ ਕੋਈ ਪਤਾ ਨਹੀਂ ਕਿਸ ਵੇਲੇ ਡੋਲ ਜਾਏ। ਇਸ ਲਈ ਬ੍ਰਹਮ ਗਿਆਨ ਜਿੰਨਾ ਚਿਰ ਨਹੀਂ ਹੁੰਦਾ, ਉਂਝ ਅਸੀਂ ਜਿੰਨਾ ਮਰਜ਼ੀ ਪੜ੍ਹੇ ਲਿਖੇ ਹੋਏ, ਜਿੰਨਾ ਮਰਜ਼ੀ ਗਿਆਨਵਾਨ ਹੋਈਏ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਡਿਆਂ ਵੱਡੇ ਦੀ ਮੱਤ ਮਾਰ ਦਿੰਦੇ। 2000 ਰਿਸ਼ਵਤ ਲੈ ਰਹੇ ਸੀ ਕੁੱਲ, ਇੱਕ ASI 3000 ਉਹ ਫੜਿਆ ਗਿਆ। ਕੀ ਖੱਟਿਆ? ਨਾਲੇ ਕੁੱਟ ਖਾਓ, ਨਾਲੇ ਲੱਖਾਂ ਰੁਪਈਏ ਪੁਲਿਸ ਨੂੰ ਦਿਓ, ਫਿਰ ਵਕੀਲਾਂ ਨੂੰ ਦਿਓ, ਫਿਰ ਧੱਕੇ ਖਾਓ, ਅੱਧੀ ਉਮਰ ਉਂਝ ਲੱਗ ਜਾਣੀ, ਬਦਨਾਮੀ ਵਾਧੂ ਦੀ ਹੋਵੇ। ਸੋ ਇਸ ਲਈ ਜੇ ਪਤਾ ਮੈਂ ਫੜਿਆ ਜਾਵਾਂ ਫਿਰ ਸ਼ਾਇਦ ਨਾ ਲੈਂਦਾ, ਪਰ ਪਤਾ ਨਹੀਂ ਕੀ ਹੋ ਜਾਣਾ, ਕੋਈ ਪਤਾ ਨਹੀਂ ਕੀ ਹੋ ਜਾਣਾ। ਸਾਨੂੰ ਆਪਣੇ ਫਿਊਚਰ ਦਾ ਕੋਈ ਪਤਾ ਨਹੀਂ ਕਿ ਇਸ ਵੇਲੇ ਕੀ ਹੋ ਜਾਣਾ। ਇਸ ਲਈ ਅਰਦਾਸ ਕਰਦੇ ਰਹਿਣਾ, ਸੱਚੇ ਪਾਤਸ਼ਾਹ ਤੂੰ ਕਿਰਪਾ ਰੱਖਣੀ, ਤੂੰ ਹੀ ਸੋਝੀ ਬਖਸ਼ਣੀ, ਇਹ ਮੱਤ ਪਤਾ ਨਹੀਂ ਕਦੋਂ ਮਾਰੀ ਜਾਵੇ। ਇਸ ਲਈ ਕਹਿੰਦੇ ਅਗਰ ਘੁਸ ਕੇ ਵੱਡੇ ਠਗਾਊ, ਇਹ ਜਿਹੜੇ ਮਾਇਆ ਦੇ ਅੱਗੇ ਅਗਰਕ ਨੇ ਨਾ, ਅੱਗੇ ਅਗਵਾਈ ਕਰਨ ਵਾਲੇ ਜਿਹੜੇ ਹਨ, ਇਹ ਬੜੇ ਵੱਡੇ ਠੱਗ ਨੇ। ਛੋੜੈ ਨਾਹੀ ਬਾਪ ਨਾ ਮਾਊ, ਮਾਊ ਫਾਰਸੀ ਦਾ ਸ਼ਬਦ ਹੈ, ਪੰਜਾਬੀ ਕਹੇ ਮਾਂ, ਇਹਨੂੰ ਮਾਊ ਨਹੀਂ ਪੜ੍ਹ ਦੇਣਾ। ਉਹ ਤਾਂ ਕਿਹਾ ਮਾਊ ਬਿੱਲੀ ਆ ਗਈ ਹੈ, ਮਾਊ ਹੈ ਫਾਰਸੀ ਦਾ। ਮਾਏ ਵੀ ਫਾਰਸੀ ਦਾ ਸ਼ਬਦ ਹੈ। ਆਨੰਦ ਪਿਆ ਮੇਰੀ ਮਾਏ, ਇੱਕ ਮਹਾਂਪੁਰਖਾਂ ਨੂੰ ਪਤਾ ਨਹੀਂ ਸੀ ਇਹ ਫਾਰਸੀ ਕਹਿੰਦੇ, ਉਹ ਕਹਿੰਦੇ ਆਨੰਦ ਪਿਆ ਮੇਰੀ ਮਾਏ, ਉਹ ਮਾਂ ਤੋਂ ਬਣਾ ਲਿਆ ਮਾਏ, ਇਹ ਫਾਰਸੀ ਦਾ ਸ਼ਬਦ ਹੈ। ਮਾਏ ਮੈਨੇ ਮਾਂ, ਹਿੰਦੀ 'ਚ ਮਾਂ, ਫਾਰਸੀ 'ਚ ਮਾਂ ਨੂੰ ਕੀ ਕਹਿੰਦੇ ਨੇ? ਮਾਏ। ਛੋੜੈ ਨਾਹੀ ਬਾਪ ਨਾ ਮਾਊ, ਇਹ ਜਿਹੜੇ ਪੰਜੇ ਅਗਰਕ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤਾਂ ਨਾ ਬਾਪ ਨੂੰ ਛੱਡਦੇ ਨਾ ਮਾਂ ਨੂੰ ਛੱਡਦੇ ਨੇ। ਮੇਲੀ ਆਪਣੇ ਉਨ ਲੈ ਬੰਧੇ, ਜਿਹੜੇ ਇਹਨਾਂ ਨਾਲ ਮੇਲ ਮਿਲਾਪ ਰੱਖਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਨਾਲ ਜਿਹੜੇ ਮੇਲ ਰੱਖਦੇ ਨੇ, ਕਹਿੰਦੇ ਮੇਲੀ, ਮੇਲੀ ਜਿਹੜੇ ਮਿਲਣ ਵਾਲੇ ਨੇ, ਮੇਲੀ ਗੇਲੀ ਕਹਿੰਦੇ, ਉਹਨੇ ਆਪਣੇ ਮੋਹ 'ਚ ਬੰਨ ਲੈਣੇ ਵੀ ਜਾਂਦਾ ਕਿਸੇ। ਮਾਇਆ ਦੇ ਮੋਹ 'ਚੋਂ ਨਿਕਲਣਾ ਕੋਈ ਖੱਲਾ ਜੀ ਦਾ ਵਾੜਾ ਨਹੀਂ ਹੈਗਾ। ਇਹ ਭਜਨ ਬੰਦਗੀ ਤੋਂ ਬਿਨਾਂ ਅਸੀਂ ਇਸ 'ਚੋਂ ਨਿਕਲ ਹੀ ਨਹੀਂ ਸਕਦੇ, ਜਿੰਨਾ ਮਰਜ਼ੀ ਗਿਆਨ ਹੋਵੇ। ਇਸ ਲਈ ਜਦੋਂ ਮਾਇਆ ਆਪਣਾ ਪ੍ਰਭਾਵ ਪਾਉਂਦੀ ਹੈ, ਵੱਡੇ ਵੱਡੇ ਦੀ ਮੱਤ ਮਾਰੀ ਜਾਂਦੀ ਹੈ।
ਗੁਰ ਕਿਰਪਾ ਤੇ ਮੈਂ ਸਗਲੇ ਸਾਧੇ, ਸਾਧੇ ਮੈਨੇ ਕਾਬੂ ਕਰ ਲਏ, ਪਰ ਗੁਰੂ ਨੇ ਮੇਰੇ ਤੇ ਕੀਤੀ ਕਿਰਪਾ, ਇਹ ਮੈਂ ਪੰਜਾਂ ਦੇ ਪੰਜਾਂ ਨੂੰ ਕਾਬੂ ਕਰ ਲਿਆ। ਜਾਂਦੇ ਕਿਤੇ ਹੁਣ ਕਦੇ ਮੇਰੇ ਤੇ ਪ੍ਰਭਾਵ ਨਹੀਂ ਪਾ ਸਕਦੇ। ਅਬ ਮੋਰੇ ਮਨ ਭਇਆ ਆਨੰਦ, ਹੁਣ ਕਦੇ ਇਹਨਾਂ ਨੂੰ ਮੈਂ ਕਾਬੂ ਕਰ ਲੈਣ, ਮੇਰੇ ਮਨ 'ਚ ਆਨੰਦ ਹੀ ਆਨੰਦ ਹੋ ਗਿਆ। ਭਇਆ ਮੈਨੇ ਹੋ ਗਿਆ, ਮੇਰੇ ਮਨ ਦੇ 'ਚ ਹੁਣ ਆਨੰਦ ਹੀ ਆਨੰਦ ਹੋ ਗਿਆ ਹੈ। ਭਉ ਚੂਕਾ ਟੂਟੇ ਸਭ ਫੰਦ, ਇਹ ਜਿਹੜਾ ਡਰ ਸੀ ਮਾਇਆ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਖਤਮ ਹੋ ਗਿਆ ਹੈ। ਸਾਰੇ ਫੰਦੇ, ਸਾਰੀਆਂ ਫਾਹੀਆਂ ਟੁੱਟ ਗਈਆਂ ਹਨ। ਕਹੋ ਨਾਨਕ ਜਾਂ ਸਤਿਗੁਰ ਪਾਇਆ, ਘਰ ਸਗਲਾ ਮੈਂ ਸੁਖੀ ਬਸਾਇਆ। ਜਦੋਂ ਦਾ ਮੈਨੂੰ ਗੁਰੂ ਮਹਾਰਾਜ ਦੀ ਪ੍ਰਾਪਤੀ ਹੋਈ ਹੈ, ਮੇਰਾ ਸਾਰਾ ਘਰ ਹੁਣ ਸੁਖੀ ਹੋ ਗਿਆ, ਮੇਰਾ ਸਾਰਾ ਪਰਿਵਾਰ, ਮੇਰੀਆਂ ਸਾਰੀਆਂ ਇੰਦਰੀਆਂ ਹੁਣ ਸੁਖੀ ਹੋ ਗਈਆਂ। ਕਹੋ ਨਾਨਕ ਜਾਂ ਸਤਿਗੁਰ ਪਾਇਆ, ਕਹੋ ਨਾਨਕ ਜਾਂ ਸਤਿਗੁਰ ਪਾਇਆ। ਕਹੋ ਨਾਨਕ ਜਾਂ ਸਤਿਗੁਰ ਪਾਇਆ, ਕਹੋ ਨਾਨਕ ਜਾਂ ਸਤਿਗੁਰ ਪਾਇਆ। ਘਰ ਸਗਲਾ ਮੈਂ ਸੁਖੀ ਬਸਾਇਆ, ਘਰ ਸਗਲਾ ਮੈਂ ਸੁਖੀ ਬਸਾਇਆ। ਘਰ ਸਗਲਾ ਮੈਂ ਸੁਖੀ ਬਸਾਇਆ, ਘਰ ਸਗਲਾ ਮੈਂ ਸੁਖੀ ਬਸਾਇਆ। ਕਿਉਂਕਿ ਜਦੋਂ ਗੁਰੂ ਦੀ ਪ੍ਰਾਪਤੀ ਦੇ, ਗੁਰੂ ਬਾਰੇ ਸਾਰੇ ਪੁੱਠੇ ਕਰਮਾਂ ਤੋਂ ਸਾਨੂੰ ਹਟਾ ਦੇਣ। ਗੁਰੂ ਦਾ ਪਹਿਲਾ ਕੰਮ ਹੈ ਬੰਦੇ ਨੂੰ ਸਿੱਧੇ ਰਾਹ ਪਾਉਣਾ। ਗੁਰੂਆਂ ਦੇ ਜੀਵਨ ਪੜ੍ਹੋ, ਜਿਸ ਕੋਲ ਗੁਰੂ ਗਏ ਜਾਂ ਜਿਹੜਾ ਗੁਰੂ ਮਹਾਰਾਜ ਕੋਲ ਆਇਆ, ਉਹਨੂੰ ਸਿੱਧੇ ਰਾਹ ਪਾਤਾ। ਜੋ ਉਸ ਦੇ ਵਿੱਚ ਬੁਰਾਈ ਸੀ ਸਾਰੀ ਖਤਮ ਕਰਤੀ, ਉਹਨੂੰ ਭਜਨ ਬੰਦਗੀ ਵਾਲੇ ਪਾਸੇ ਲਾਤਾ। ਅਤੇ ਬੁਰਾਈਆਂ ਹੀ ਸਾਨੂੰ ਦੁਖੀ ਕਰਦੀਆਂ ਨੇ, ਬੁਰਾਈ ਹੀ ਦੁੱਖ ਦਾ ਕਾਰਨ ਹੈ। ਜਦੋਂ ਅਸੀਂ ਬੁਰੇ ਹੀ ਨਹੀਂ ਰਹਾਂਗੇ ਤੇ ਨਾਮ ਜਪੀ ਜਾਵਾਂਗੇ, ਆਪੇ ਸੁਖੀ ਹੋ ਜਾਏਗਾ ਸਮਾਂ ਪਾ ਕੇ। ਆਸਾ ਮਹਿਲਾ ਪੰਜਵਾਂ। आठ पैर निकट कर जाने, प्रभ का किया मीठा माने। एक नाम संतन आधार, होए रहे सब की पगछार। आठ पैर निकट कर जाने, ਜਿਹੜਾ ਪਰਮਾਤਮਾ ਨੂੰ ਅੱਠੇ ਪੈਰ ਆਪਣੇ ਨੇੜੇ ਸਮਝਦਾ ਹੈ। ਕਿਉਂਕਿ ਬੰਦਾ ਜਦੋਂ ਕੋਈ ਕਰਮ ਕਰਦਾ ਹੈ, ਬੰਦਾ ਬੰਦੇ ਤੋਂ ਲੁਕਾਉਂਦਾ ਹੈ। ਅਸੀਂ ਕੋਈ ਵੀ ਜਦੋਂ ਪੁੱਠਾ ਕਰਮ ਕਰਨ ਲੱਗਦੇ ਹਾਂ, ਬੰਦਿਆਂ ਤੋਂ ਆਪਣੇ ਆਪ ਨੂੰ ਲੁਕਾਉਂਦੇ ਹਾਂ ਵੀ ਉਹਨਾਂ ਨੂੰ ਨਾ ਪਤਾ ਲੱਗ ਜਾਏ। ਸਾਡੇ ਕਰਮ ਬੰਦਿਆਂ ਨੇ ਨਹੀਂ ਲਿਖਣੇ, ਸਾਡੇ ਕਰਮ ਤੇ ਧਰਮ ਰਾਜ ਪਰਮਾਤਮਾ ਨੇ ਲਿਖਣੇ ਹਨ। ਉਹ ਸਦਾ ਹੀ ਸਾਡੇ ਨਾਲ ਹੈ, ਸਦ ਸੁਣਦਾ ਸਦ ਵੇਖਦਾ, ਪਰ ਇਸ ਗੱਲ 'ਤੇ ਵਿਸ਼ਵਾਸ ਹੀ ਨਹੀਂ ਕੋਈ ਲਿਆਉਂਦਾ। ਇਹ ਗੱਲ ਭੁੱਲ ਭੁਲਾ ਜਾਂਦੀ ਹੈ ਵੀ ਉਹ ਤਾਂ ਸਦਾ ਨਾਲ ਹੈ। ਜੈਮਲ ਸਿੰਘ ਤੈਨੂੰ ਵੇਖ ਰਿਹਾ, ਤੂੰ ਕੀ ਕਰ ਰਿਹਾ, ਉਦੋਂ ਉਹ ਭੁੱਲ ਭੁਲਾ ਜਾਂਦੀ ਬੰਦੇ ਨੂੰ। ਔਰ ਕਿੰਨੇ ਕਿੰਨੇ ਘੰਟੇ ਭੁੱਲਿਆ ਰਹਿੰਦਾ ਬੰਦਾ। ਉਹ ਤਾਂ ਲਿਖ ਰਿਹਾ ਵੀ ਤੂੰ ਕੀ ਸੋਚ ਰਿਹਾ, ਤੂੰ ਕੀ ਸੋਚ ਰਿਹਾ ਹੈ, ਤੂੰ ਕੀ ਕਰ ਰਿਹਾ ਹੈ। ਇਸ ਲਈ ਕਹਿੰਦੇ ਆਠ ਪਹਿਰ ਨਿਕਟ ਕਰ ਜਾਣੇ। ਜਿਹੜਾ ਪਰਮਾਤਮਾ ਨੂੰ ਅੱਠੇ ਪੈਰ ਨੇੜੇ ਸਮਝਦਾ ਹੈ, ਪ੍ਰਭ ਕਾ ਕੀਆ ਮੀਠਾ ਮਨ। ਪਰਮਾਤਮਾ ਜੋ ਕਰਦਾ ਉਸ ਨੂੰ ਮਿੱਠਾ ਕਰਕੇ ਮੰਨਦਾ ਵੀ ਪਰਮਾਤਮਾ ਨੇ ਜੋ ਕੀਤਾ ਬਸ ਠੀਕ ਕੀਤਾ। ਬਾਣੀ ਕਹਿੰਦੀ ਹੈ ਪਰਮਾਤਮਾ ਜੋ ਕਰਦਾ ਠੀਕ ਕਰਦਾ, ਅਤੇ ਜੋ ਕਰਦਾ ਸਾਡੇ ਭਲੇ ਲਈ ਕਰਦਾ ਹੈ। ਬਾਣੀ ਜੋ ਕਹਿੰਦੀ ਹੈ ਸਾਡੇ ਭਲੇ ਲਈ ਕਹਿੰਦੀ ਹੈ, ਪਰ ਬੰਦਾ ਇਸ ਵਿਸ਼ਵਾਸ ਨਹੀਂ ਲਿਆਉਂਦਾ ਹੈ। ਅਗਰ ਆਪਾਂ ਬਾਣੀ ਅਨੁਸਾਰ ਜੀਵਨ ਜਿਉਣ ਲੱਗ ਜੇ, ਸਾਡਾ ਜੀਵਨ ਹੀ ਏ ਕਲਾਸ ਹੋ ਜਾਏਗਾ। ਸਾਡਾ ਤਾਂ ਉਂਝ ਹੀ ਸਮਾਜ 'ਚ ਆਦਰ ਮਾਣ ਸਤਿਕਾਰ ਵੱਧ ਜਾਏਗਾ ਵੀ ਕਿੰਨਾ ਵਧੀਆ ਬੰਦਾ ਯਾਰ, ਕੋਈ ਨਸ਼ਾ ਨਹੀਂ ਕਰਦਾ, ਕੋਈ ਬਦਫੈਲੀ ਨਹੀਂ ਕਰਦਾ, ਕੋਈ ਹਰਾਮ ਦੀ ਕਮਾਈ ਨਹੀਂ ਕਰਦਾ, ਮਿੱਠਾ ਬੋਲਦਾ, ਸਾਰਿਆਂ ਨੂੰ ਪਿਆਰ ਕਰਦਾ, ਜਾਤ ਧਰਮ ਦੇ ਆਧਾਰ 'ਤੇ ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਅੱਜ ਸਾਡੇ ਦੇਸ਼ ਧਰਮ ਦੇ ਆਧਾਰ 'ਤੇ ਕਿੰਨੀ ਨਫ਼ਰਤ ਫੈਲਾਈ ਜਾ ਰਹੀ ਹੈ। ਫਿਰ ਝਗੜੇ ਤਾਂ ਹੋਣੇ ਹੀ ਹੋਣੇ। ਇਸ ਲਈ ਥਾਂ ਥਾਂ 'ਤੇ ਹਿੰਦੁਸਤਾਨ ਦੇ ਵਿੱਚ ਝਗੜੇ ਹੋ ਰਹੇ ਨੇ।
ਸੋ ਇਹ ਬੰਦਾ ਇਹੋ ਜਿਹੇ ਸਾਰੀਆਂ ਹੀ ਗੱਲਾਂ ਛੱਡ ਦਿੰਦਾ, ਇਸ ਲਈ ਸੁਖੀ ਹੋ ਜਾਂਦਾ। ਏਕ ਨਾਮ ਸੰਤਨ ਆਧਾਰ, ਸੰਤਾਂ ਦੇ ਜੀਵਨ ਦਾ ਆਧਾਰ ਪਰਮਾਤਮਾ ਦਾ ਨਾਮ ਹੈ। ਉਹ ਤੇ ਨਾਮ ਦੇ ਆਸਰੇ ਜਿਉਂਦੇ ਹਨ। ਹੋਏ ਰਹੇ ਸਭ ਕੀ ਪਗ ਛਾਰ, ਪਗ ਹੁੰਦਾ ਪੈਰ, ਛਾਰ ਮੈਨੇ ਚਰਨ ਧੂੜ, ਉਹ ਸਾਰਿਆਂ ਦੀ ਚਰਨ ਧੂੜ ਹੋ ਕੇ ਰਹਿੰਦੇ ਹਨ। ਭਾਵ ਨਿਮਰਤਾ ਧਾਰਨ ਕਰਦੇ, ਆਪਣੇ ਅੰਦਰ ਹਉਮੈ ਨਹੀਂ ਆਉਣ ਦਿੰਦੇ। ਕਿਸੇ ਨੇ ਦੋ ਅਪਸ਼ਬਦ ਬੋਲਦੇ ਨੇ, ਅੱਗੋਂ ਚੁੱਪ ਰਹਿੰਦੇ ਨੇ। ਸਾਡੇ ਅੱਗੋਂ ਤੂੰ ਮੈਂ ਨਹੀਂ ਕਰਦੇ। ਤੂੰ ਕੌਣ ਹੈ? ਜਿਵੇਂ ਦੁਕਾਨਦਾਰ ਹੈ, ਤੁਸੀਂ ਕਹੋ ਤੁਸੀਂ ਠੱਗ ਹੋਏ, ਤੁਸੀਂ ਲੁੱਟ ਕੇ ਖਾ ਰਹੇ ਤੇ ਬੇਈਮਾਨ, ਉਹ ਕੁਛ ਨਹੀਂ ਤੁਹਾਨੂੰ ਕਹਿੰਦੇ, ਹੀ ਕਰੀ ਜਾਂਦੇ, ਕੁਛ ਨਹੀਂ ਕਹਿੰਦੇ। ਤਾਂ ਮੈਂ ਕਹਿਣਾ, ਹੇ ਜੱਟੋ, ਤੁਸੀਂ ਜੱਟਪੁਣਾ ਛੱਡੋ, ਬਾਣੀਏ ਹੋ ਜਾਓ, ਚੰਗੇ ਰਹੋਗੇ, ਤੁਸੀਂ ਉੱਦਾਂ ਹੀ ਅਮੀਰ ਹੋਣੇ ਸ਼ੁਰੂ ਹੋ ਜਾਓਗੇ। ਇਹ ਜੱਟਾਂ ਦੇ ਬਾਣੀਏ ਵੀ ਵਿਗਾੜਦੇ, ਸ਼ਰਾਬਾਂ ਪੀਣ ਲਾਤੇ। ਜਿਹੜੇ ਬਾਣੀ ਦੇ ਮੁੰਡੇ ਜੱਟਾਂ ਦੇ ਦੋਸਤ ਹੋ ਗਏ ਕਾਲਜਾਂ 'ਚ, ਸਾਰੇ ਸ਼ਰਾਬ ਪੀਣ ਲਾਤੇ ਜੱਟਾਂ ਨੂੰ। ਇਸੇ ਜੱਟ ਦੀ ਦੋਸਤੀ ਵੀ ਕੁਛ ਚੱਜ ਦੀ ਦੋਸਤੀ ਨਹੀਂ ਹੈ, ਭਾਵੇਂ ਮੈਂ ਆਪ ਜੱਟ ਹਾਂ, ਇਹ ਘਾਟੇ ਬੰਦੀ ਦੋਸਤੀ ਹੈ। ਦੋਸਤੀ ਰੱਖਣੀ ਬਾਣੀ ਬਾਹਮਣਾ ਨਾ ਰੱਖੋ, ਠੀਕ ਹੈ, ਵਧੀਆ ਰਹੋਗੇ। ਤੇ ਐਂ ਮੈਂ 9ਵੀਂ 'ਚ ਕਹਿਣ ਲੱਗ ਗਿਆ, 8ਵੀਂ ਤੱਕ ਤਾਂ ਮੈਨੂੰ ਬਾਹਮਣ ਕਹਿੰਦੇ ਰਹੇ ਜੀ। ਸਾਡੇ ਘਰ ਕਿੱਥੇ ਬਾਹਮਣ ਪੈਦਾ ਹੋ ਗਏ। 9ਵੀਂ 'ਚ ਫਿਰ ਮੈਨੂੰ ਕਿਹਾ ਸਾਡੇ ਘਰ ਬਾਣੀਆਂ ਪੈਦਾ ਹੋ ਗਏ। ਇੱਕ ਦਿਨ ਖਿੱਚ ਗਏ, ਕਹਿ ਤੂੰ ਕਹਿੰਦੇ ਨਾ ਬਾਣੀਆਂ ਵਾਲੀ ਸੋਚ ਬਣਾਓ। ਉਹ ਕੀ ਹੁੰਦੀ ਹੈ? ਮੈਂ ਅੱਜ ਹੀ ਸਕੂਲੋਂ ਆ ਰਿਹਾ ਸੀ ਵਾਪਸ, ਰਾਹ ਦੇ ਦੋ ਬਾਣੀਏ ਦੁਕਾਨਦਾਰ ਆਪਸ 'ਚ ਲੜ ਰਹੇ ਨੇ। ਤੀਜਾ ਬਾਣੀਆਂ ਕੋਲੋਂ ਲੰਘਿਆ, ਉਹ ਉਹਨੂੰ ਕਹਿੰਦਾ ਮਾਰ ਦੇ ਧੋਤੀ ਦਾ ਪੱਲਾ। ਮੈਂ ਜੇ ਤੁਹਾਡੇ ਵਰਗਾ ਜੱਟ ਲੈਦਾ, ਉਹਨੇ ਕਿਹਾ ਮਾਰ ਦੇ ਕਿਲੋ ਦਾ ਵੱਟਾ, ਅਰੇ ਸਿਰ ਪਾੜ ਦੇਣਾ ਸੀ ਅਤੇ ਝਗੜਾ ਵੱਧ ਜਾਣਾ ਸੀ। ਮੈਂ ਆਹ ਫਰਕ ਹੈ ਤੁਹਾਡੀ ਸੋਚ ਦੇ ਬਾਣੀ ਦੀ ਸੋਚ 'ਚ। ਮੈਂ ਤੁਸੀਂ ਖਿਜੀ ਜਾਓ ਜੋ ਮਰਜ਼ੀ, ਮੈਂ ਮਰਨ ਤੱਕ ਕਹੀ ਜਾਣਾ ਤੁਹਾਨੂੰ, ਤੁਸੀਂ ਬਾਣੀਆਂ ਵਾਲੀ ਸੋਚ ਰੱਖੋ, ਜੱਟਾਂ ਵਾਲੀ ਛੱਡ ਜਾਓ, ਤੁਸੀਂ ਭੁੱਖੇ ਨਹੀਂ ਮਰੋਗੇ। 5 ਕਿੱਲੇ ਜ਼ਮੀਨ ਹੈ, 10 ਲੱਖ ਦਾ ਟਰੈਕਟਰ ਰੱਖੀ ਬੈਠਾ, 10 ਪੜੂਗਾ ਵੀ ਤੂੰ ਕਿਆ ਮਤਲਬ ਤੈਨੂੰ? ਤੂੰ ਪੈਸੇ ਦੇ ਕੇ ਵਹਾ ਲੈ ਉਸਨੂੰ, ਕੋਈ 50 ਵਾਰੀ ਥੋੜ੍ਹਾ ਵਾਹੁਣੀ, ਉਹ 1000 ਰੁਪਏ ਇੱਕ ਕਿੱਲੇ ਦਾ ਵਾਹੁਣ ਦਾ ਲੈਂਦੇ ਨੇ, ਵਹਾ ਲੈ। ਤੇ ਮੇਰੇ ਭਾਣਜੇ ਲੋਕਾਂ ਦੀ ਜ਼ਮੀਨਾਂ ਵਾਹੁੰਦੇ ਨੇ, 1000 ਰੁਪਏ ਕਿੱਲੇ ਦਾ ਲੈਂਦੇ ਨੇ, 500 ਖਰਚਾ ਇਹਦੇ ਤੇਲ ਦਾ, 500 ਰੁਪਏ ਕਿੱਲੇ ਮਗਰ ਉਹਨੂੰ ਬਚ ਜਾਂਦਾ। ਅਤੇ 5 ਕਿੱਲੇ ਨੇ 5000 ਦੇ ਕੇ ਵਹਾ ਲਓ ਉਸਨੂੰ। ਨਾ 10 ਲੱਖ ਦਾ ਟਰੈਕਟਰ ਰੱਖੋ, 10 ਲੱਖ ਦਾ ਵਿਆਜ ਵੇਖ ਲਓ 6% ਦੇ ਅਨੁਸਾਰ ਕਿੰਨਾ ਵਿਆਜ ਬਣਦਾ ਹੈ। ਕਿਉਂਕਿ ਬਾਣੀ ਉਸ ਹਿਸਾਬ 'ਤੇ ਲਾਉਣਾ ਨਹੀਂ। ਹਉਮੈ ਹੈ, ਉਹਦੇ ਕੋਲ ਟਰੈਕਟਰ ਹੈ, ਮੇਰੇ ਕੋਲ ਵੀ ਹੋਣਾ ਚਾਹੀਦਾ, ਵੱਡਾ ਹੋਣਾ ਚਾਹੀਦਾ। ਆਹ ਪਾਵਰ 5 ਕਿੱਲੇ ਜ਼ਮੀਨ ਹੈ, ਕਿੰਨੀ ਪਾਵਰ ਦਾ ਟਰੈਕਟਰ ਰੱਖਿਆ ਹੋਇਆ। ਫਿਰ ਕਰਜ਼ਾ ਚੜ੍ਹ ਜਾਂਦਾ, ਫਿਰ ਉਤਰਦਾ ਨਹੀਂ। ਫਿਰ ਬੇਈਮਾਨ ਨੇ ਜਾਣ ਕੇ ਕਰਜ਼ਾ ਉਤਾਰਦੇ ਨਹੀਂ, ਆਪੇ ਸਰਕਾਰ ਮੁਆਫ ਕਰ ਦੇਵੇਗੀ, ਲਾਉਂਦੇ ਹੀ ਨਹੀਂ ਹੈਗੇ। ਜਦੋਂ ਸਰਕਾਰ ਮੁਆਫ ਕਰਦੀ, ਜਿਨ੍ਹਾਂ ਵਿਚਾਰਿਆਂ ਨੇ ਲਾਇਆ ਸੀ ਉਹਨਾਂ ਨੂੰ ਅਫਸੋਸ ਹੁੰਦਾ, ਅਗਲੀ ਵਾਰ ਉਹ ਵੀ ਨਹੀਂ ਲਾਉਂਦੇ। ਚੱਲ ਜਾਓ, ਫਿਰ ਹੀ ਜਾਓ। ਗੁਰੂ ਮਹਾਰਾਜ ਕਿਰਪਾ ਕਰ। ਸੰਤ ਰਹਿਤ ਸੁਣੋ ਮੇਰੇ ਭਾਈ, ਵਾਕੀ ਮਹਿਮਾ ਕਥਨ ਨਾ ਜਾਏ। ਕਹਿੰਦੇ ਸੰਤਾਂ ਦੀ ਜਿਹੜੀ ਰਹਿਤ ਹੈ ਨਾ, ਜੀਵਨ ਢੰਗ ਜਿਹੜਾ ਹੈ, ਕਹਿੰਦੇ ਉਹ ਸੁਣੋ। ਵਾਕੀ ਮਹਿਮਾ ਕਥਨ ਨਾ ਜਾਏ, ਉਹਨਾਂ ਦੀ ਤਾਂ ਮਹਿਮਾ ਵਰਣਨ ਹੀ ਨਹੀਂ ਕੀਤੀ ਜਾ ਸਕਦੀ, ਐਸਾ ਉਹਨਾਂ ਦਾ ਜੀਵਨ ਹੁੰਦਾ ਹੈ। ਵਰਤਨ ਜਾ ਕੇ ਕੇਵਲ ਨਾਮ, ਉਹਨਾਂ ਕੋਲ ਤਾਂ ਪਰਮਾਤਮਾ ਦਾ ਨਾਮ ਹੀ ਵਰਤਨ ਵਾਲੀ ਚੀਜ਼ ਹੈ। ਉਹ ਨਾਮ ਨੂੰ ਹੀ ਵਰਤਦੇ ਹਨ। ਆਨੰਦ ਰੂਪ ਕੀਰਤਨ ਵਿਸ਼ਰਾਮ, ਉਹ ਤੇ ਉਹ ਰੱਬੀ ਸਿਫਤ ਸਲਾਹ, ਕੀਰਤਨ ਦਾ ਰੱਬੀ ਸਿਫਤ ਸਲਾਹ ਜੋ ਆਨੰਦ ਦੇਣ ਵਾਲੀ ਹੈ। ਵਿਸ਼ਰਾਮ ਜੋ ਮਨ ਨੂੰ ਆਰਾਮ ਦੇਣ ਵਾਲੀ ਹੈ, ਉਹ ਪ੍ਰਭ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ। ਮਿੱਤਰ ਸਤਰ ਜਾ ਕੇ ਏਕ ਸਮਾਨ, ਸਮਾਨ ਦਾ ਬਰਾਬਰ। ਉਹਨਾਂ ਦੀ ਨਜ਼ਰਾਂ 'ਚ ਮਿੱਤਰ ਅਤੇ ਸ਼ਤਰੂ ਇੱਕ ਸਾਰ ਹਨ। ਲਿਖਿਆ ਹਿੰਦੀ ਦਾ ਸ਼ਤਰੂ ਹੀ ਹੈ, ਪਰ ਗੁਰਬਾਣੀ ਦੇ ਨਿਯਮ ਅਨੁਸਾਰ ਆਪਾਂ ਕੀ ਇਸ ਨੂੰ ਪੜ੍ਹਦੇ ਹਾਂ? ਸਤਰ।
ਮਿੱਤਰ ਤੇ ਦੁਸ਼ਮਣ ਉਹਨਾਂ ਲਈ ਇੱਕ ਸਮਾਨ ਹਨ। ਪ੍ਰਭ ਆਪਣੇ ਬਿਨ ਅਵਰ ਨਾ ਜਾਣੇ। ਉਹ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਪਰਮਾਤਮਾ ਵਰਗਾ ਸਮਝਦੇ ਹੀ ਨਹੀਂ ਹੈਗੇ। ਕੋਟ ਕੋਟ ਅਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਜਿਹੜੇ ਸੰਤ ਹਨ, ਕਰੋੜਾਂ ਅੱਗ ਹੁੰਦਾ ਪਾਪ। ਵੈਸੇ ਗੁਰਬਾਣੀ 'ਚ 4 ਅੱਗ ਗਿਣੇ ਗਏ ਨੇ। ਭਜਨ ਬੰਦਗੀ ਵਾਲੇ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ, ਜਿਹੜਾ ਕਈ ਜਨਮਾਂ ਤੱਕ ਨਹੀਂ ਲੈਂਦਾ। ਕੰਨਿਆ ਨੂੰ ਮਾਰਨਾ ਇਹ ਵੀ ਅੱਗ ਹੈ, ਬਹੁਤ ਵੱਡਾ ਪਾਪ ਹੈ ਲੜਕੀ ਨੂੰ ਮਾਰਨਾ। ਗਊ ਨੂੰ ਮਾਰਨਾ ਬਹੁਤ ਵੱਡਾ ਪਾਪ ਗੁਰਬਾਣੀ ਲਿਖਿਆ ਹੋਇਆ ਹੈ। ਅਤੇ ਵੇਸਵਾ ਦੇ ਘਰ ਦਾ ਖਾਣਾ ਇਹ ਵੀ ਵੱਡਾ ਪਾਪ ਲਿਖਿਆ ਹੋਇਆ ਹੈ। 4 ਅੱਗ ਨੇ ਗੁਰਬਾਣੀ ਤੇ ਜਿਹੜੇ ਸੰਤ ਨੇ ਕਹਿੰਦੇ ਤੇ ਕਰੋੜਾਂ ਪਾਪਾਂ ਦਾ ਨਾਸ਼ ਕਰਨ ਵਾਲੇ। ਦੁੱਖ ਦੂਰ ਕਰ ਜੀ ਕੇ ਦਾਤਾਰ। ਉਹ ਤਾਂ ਜੀ ਦਾਨ ਦੇਣ ਵਾਲੇ ਹਨ, ਨਾਮ ਦਾਨ ਦੇਣ ਵਾਲੇ ਹਨ, ਇਸ ਲਈ ਉਹ ਤੇ ਦੁੱਖ ਦੂਰ ਕਰਨ ਵਾਲੇ ਹਨ। ਕਿਵੇਂ ਦੂਰ ਕਰਦੇ ਨੇ? ਨਾਮ ਦੀ ਦਾਤ ਦੇ ਕੇ। ਭਾਈ ਨਾਮ ਜਪਿਆ ਕਰੋ। ਕਿਉਂਕਿ ਜਿਹੜੇ ਸੰਤ ਨੇ ਕਈ ਵਾਰੀ ਬਹੁਤਾ ਪ੍ਰਚਾਰ ਨਹੀਂ ਕਰਦੇ। ਸੰਤਾਂ ਦੀ ਸੰਗਤ ਕਰਨਾ ਬੰਦਾ ਆਪਣੇ ਆਪ ਹੀ ਬਦਲਦਾ ਜਾਂਦਾ। ਮੈਂ 9 ਸਾਲ 96 ਸਨ ਤੋਂ ਲੈ ਕੇ 2005 ਤੱਕ 9 ਸਾਲ ਮੈਂ ਸੰਗਤ ਕੀਤੀ ਹੈ ਸੰਤ ਸੀਤਲ ਸਿੰਘ ਦੀ। ਉਹਨਾਂ ਕਦੇ ਕਿਸੇ ਨੂੰ ਕਿਹਾ ਹੀ ਨਹੀਂ ਸੀ ਭਾਈ ਤੂੰ ਅੰਮ੍ਰਿਤ ਛਕ ਲੈ। ਨੂੰ ਜਿਹੜਾ ਵੀ ਆਇਆ ਉਹੀ ਅੰਮ੍ਰਿਤਧਾਰੀ ਹੋ ਗਿਆ, ਜਿਹੜਾ ਵੀ ਆਇਆ ਉਹੀ ਅੰਮ੍ਰਿਤਧਾਰੀ ਹੋ ਗਿਆ, ਜਿਹੜਾ ਵੀ ਆਇਆ ਉਹੀ ਅੰਮ੍ਰਿਤਧਾਰੀ। ਇਹ ਹੈ ਸੰਗਤ। ਕਿਹਾ ਨਹੀਂ ਕਿਸੇ ਨੂੰ। ਮੈਂ 9 ਸਾਲ ਨੋਟ ਕਰ ਦਿੰਦਾ, ਉਹਨੇ ਕਿਸੇ ਨੂੰ ਕਿਹਾ ਅੰਮ੍ਰਿਤ ਛਕ ਲਓ ਨਾ। ਉਹਨਾਂ ਦੀ ਸੰਗਤ ਜਿਹੜੀ ਹੈ ਉਹ ਹੀ ਮਨੁੱਖ ਨੂੰ ਬਦਲ ਦਿੰਦੀ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਦੁੱਖ ਦੂਰ ਕਰ ਜੀ ਕੇ ਦਾਤਾਰ। ਉਹ ਜੀ ਦਾਨ ਦੇਣ ਵਾਲੇ ਹਨ। ਜੀ ਦਾਨ ਹੁੰਦਾ ਨਾਮ ਦਾਨ। ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਉਹ ਨਾਮ ਦਾਨ ਦਿੰਦਾ। ਸੂਰਬੀਰ ਬਚਨ ਕੇ ਬਲੀ। ਉਹ ਸੂਰਬੀਰ ਨੇ ਜੋ ਬਚਨ ਕਰਦੇ ਉਸ ਨੂੰ ਪੂਰਾ ਕਰਦੇ ਨੇ। ਅਸੀਂ ਤਾਂ ਵਾਅਦਾ ਕੀਤਾ ਕੱਲ੍ਹ ਮੁੱਕਰ ਗਏ। ਸਾਡਾ ਤੇ 1 ਮਿੰਟ ਠਹਿਰੀ ਅੱਧਾ ਘੰਟਾ ਹੁੰਦਾ। ਕਹਿੰਦੇ 1 ਮਿੰਟ ਠਹਿਰੀ ਇਹਦੇ ਮਤਲਬ ਅੱਧਾ ਘੰਟਾ ਤਾਂ ਹੁਣ ਲੱਗੂਗਾ। ਜੇ ਕਿਤੇ 5 ਮਿੰਟ ਕਹਿ ਦੇ ਫਿਰ ਤਾਂ ਬਹੁਤ ਹੀ ਟਾਈਮ ਲੱਗਣਾ। ਉਹ ਤੇ ਇਸ ਕਿਉਂਕਿ ਬਚਨ ਦੇ ਬਲੀ ਨੇ। ਜੋ ਬਚਨ ਕਰਤਾ ਬਸ ਕਰਤਾ, ਬਸ ਉਹ ਪੂਰਾ ਕਰਨਾ ਹੀ ਕਰਨਾ। ਕੌਲਾ ਹੁੰਦੀ ਮਾਇਆ। ਕੌਲਾ ਬਪਰੀ ਮੈਨੇ ਵਿਚਾਰੀ ਸੰਤੀ ਤਤਨ ਬਿਹਾਰੀ ਬਿੰਦੀ। ਜੇ ਸੰਤੀ ਪੜੋਗੇ ਤਾਂ ਜਨਾਨੀ ਹੋ ਜਾਏਗਾ। ਸੰਤੀ ਬੰਤੀ। ਸੰਤੀ ਸੰਤਾਂ ਨੇ ਛਲੀ। ਸੰਤਾਂ ਨੇ ਮਾਇਆ ਨੂੰ ਛਲ ਲਿਆ ਹੈ। ਨਹੀਂ ਤਾਂ ਮਾਇਆ ਲੋਕਾਂ ਨੂੰ ਛਲਦੀ ਹੈ, ਸੰਤਾਂ ਨੇ ਮਾਇਆ ਨੂੰ ਛਲ ਲਿਆ। ਭਾਵ ਮਾਇਆ ਦਾ ਉਹਨਾਂ 'ਤੇ ਵਸ ਨਹੀਂ ਚੱਲਦਾ। ਹਾਂ ਸੰਤ ਹੀ ਕੋਈ ਵਿਰਲਾ ਟਾਮਾ ਹੈ। ਸੰਤ ਹੀ ਹੁਣ ਕੋਈ ਵਿਰਲਾ ਟਾਮਾ ਰਹਿ ਗਿਆ। ਤਾਕਾ ਸੰਗ ਬਾਂਛੈ ਸੁਰਦੇਵ। ਬਾਂਛੈ ਹਿੰਦੀ ਦਾ ਸ਼ਬਦ ਚਾਹੁੰਦੇ ਹਨ। ਸੰਤਾਂ ਦੀ ਸੰਗਤ ਜਿਹੜੀ ਹੈ ਦੇਵਤੇ ਵੀ ਚਾਹੁੰਦੇ ਹਨ। ਸੁਰ ਹੁੰਦਾ ਦੇਵਤਾ, ਦੇਵ ਹੁੰਦਾ ਦੇਵ ਲੋਕ। ਦੇਵ ਲੋਕ ਦੇ ਜਿਹੜੇ ਦੇਵਤੇ ਨੇ ਕਹਿੰਦੇ ਉਹ ਵੀ ਸਾਧੂਆਂ ਦੀ ਸੰਗਤ ਚਾਹੁੰਦੇ ਹਨ। ਕਿਉਂ? ਪਰਮਾਤਮਾ ਤੱਕ ਪਹੁੰਚ ਨਹੀਂ ਸਕੇ। ਭਜਨ ਬੰਦਗੀ ਤਾਂ ਉਹਨਾਂ ਬੜੀ ਕੀਤੀ, ਉਹਨਾਂ ਨੂੰ ਸਵਰਗ ਮਿਲ ਗਿਆ ਹੈ, ਪਰ ਪਰਮਾਤਮਾ ਤੱਕ ਨਹੀਂ ਪਹੁੰਚਦੇ। ਤਾਂ ਹੀ ਕਿ ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਵੀ ਕਹਿੰਦੇ ਨੇ ਸਾਨੂੰ ਦੁਬਾਰਾ ਮਨੁੱਖਾ ਜੀਵਨ ਮਿਲੇ, ਫਿਰ ਅਸੀਂ ਹੋਰ ਭਜਨ ਬੰਦਗੀ ਕਰਕੇ ਸੱਚਖੰਡ ਜਾ ਸਕੀਏ। ਇਸ ਲਈ ਉਹ ਵੀ ਮਨੁੱਖਾ ਦੇਹੀ ਮੰਗਦੇ ਨੇ ਦੁਬਾਰਾ।
ਅਮੋਗ ਦਰਸ, ਅਮੋਗ ਹੁੰਦਾ ਫਲ ਦੇਣ ਵਾਲੇ। ਸਾਧੂ ਦੇ ਜਿਹੜੇ ਦਰਸ਼ਨ ਇਹ ਫਲ ਦੇਣ ਵਾਲੇ ਨੇ। ਆਪਾਂ ਐਵੇਂ ਨਹੀਂ ਗੁਰੂ ਦੇ ਦਰਸ਼ਨ ਸਵੇਰੇ ਸਵੇਰੇ ਜਾ ਕੇ ਕਰਦੇ, ਫਲ ਮਿਲਦਾ ਹੈ। ਜਿਵੇਂ ਇੱਕ ਵਾਰੀ ਗੁਰੂ ਨਾਨਕ ਦੇਵ ਮਰਦਾਨਾ ਜੀ ਬੈਠੇ ਇੱਕ ਦਰਖਤ ਹੇਠਾਂ, ਇੱਕ ਬੰਦਾ ਆ ਗਿਆ, ਕਹਿੰਦੇ ਜੀ ਸਾਧੂ ਦੇ ਦਰਸ਼ਨਾਂ ਦਾ ਕੀ ਫਲ ਹੈ? ਕਹਿੰਦੇ ਉਹ ਸਾਹਮਣੇ ਦਰਖਤ ਦਿਸ ਰਿਹਾ। ਕਹਿੰਦਾ ਹਾਂਜੀ, ਤੂੰ ਉੱਥੇ ਜਾ, ਤੇਰੇ ਪ੍ਰਸ਼ਨ ਦਾ ਤੈਨੂੰ ਉੱਤਰ ਮਿਲ ਜਾਏਗਾ। ਉੱਥੇ ਗਿਆ, ਉੱਥੇ ਕੋਈ ਬੰਦਾ ਨਹੀਂ, ਕੋਈ ਸਾਧੂ ਨਹੀਂ, ਦੋ ਕਾਂ ਬੈਠੇ ਧਰਤੀ 'ਤੇ। ਇੱਧਰ ਉੱਧਰ ਵੇਖ ਕੇ ਵਾਪਸ ਆ ਗਏ। ਗੁਰੂ ਮਹਾਰਾਜ ਕਹਿੰਦੇ ਤੈਨੂੰ ਉੱਤਰ ਮਿਲ ਗਿਆ? ਕਹਿੰਦੇ ਉੱਥੇ ਤਾਂ ਬੰਦਾ ਹੀ ਕੋਈ ਨਹੀਂ ਸੀ। ਕਹਿੰਦੇ ਉੱਥੇ ਕੌਣ ਸੀ? ਕਹਿੰਦੇ ਦੋ ਕਾਂ ਬੈਠੇ ਸੀ। ਅੱਛਾ, ਇੱਕ ਵਾਰੀ ਫਿਰ ਜਾ। ਉਹ ਫਿਰ ਚਲਿਆ ਗਿਆ, ਉੱਥੇ ਦੋ ਬਗਲੇ ਬੈਠੇ ਨੇ, ਬੰਦਾ ਕੋਈ ਨਹੀਂ। ਫਿਰ ਆ ਗਿਆ, ਕਹਿੰਦੇ ਵੀ ਮਿਲ ਗਿਆ ਤੈਨੂੰ ਉੱਤਰ? ਕਹਿ ਨਹੀਂ ਜੀ, ਉੱਥੇ ਦੋ ਬਗਲੇ ਬੈਠੇ ਸਨ, ਬੰਦਾ ਤਾਂ ਕੋਈ ਹੈ ਨਹੀਂ ਸੀ, ਮੈਂ ਕਿਹਨੂੰ ਪੁੱਛਦਾ। ਕਹਿੰਦੇ ਇੱਕ ਵਾਰੀ ਫਿਰ ਜਾ। ਜਦੋਂ ਫਿਰ ਗਿਆ, ਉੱਥੇ ਦੋ ਹੰਸ ਬੈਠੇ, ਬੰਦਾ ਕੋਈ ਨਹੀਂ। ਫਿਰ ਆ ਗਿਆ ਹੈ, ਗੁਰੂ ਮਹਾਰਾਜ ਕਹਿੰਦੇ ਮਿਲ ਗਿਆ ਤੈਨੂੰ ਉੱਤਰ? ਕਹਿ ਜੀ ਉੱਥੇ ਤਾਂ ਦੋ ਹੰਸ ਬੈਠੇ ਸੀ, ਬੰਦਾ ਤਾਂ ਕੋਈ ਹੈ ਨਹੀਂ ਸੀ, ਮੈਂ ਕਿਹਨੂੰ ਪੁੱਛਦਾ। ਕਹਿੰਦੇ ਇੱਕ ਵਾਰੀ ਫਿਰ ਜਾ। ਫਿਰ ਗਿਆ, ਉੱਥੇ ਦੋ ਸਾਧੂ ਬੈਠੇ ਨੇ। ਉਹ ਕਹਿੰਦੇ ਆ ਵੀ ਕਿਵੇਂ ਆਏ? ਕਹਿ ਜੀ ਮੈਂ ਪੁੱਛਣ ਆਇਆ ਸਾਧੂ ਦੇ ਦਰਸ਼ਨਾਂ ਦਾ ਕੀ ਫਲ ਮਿਲਦਾ? ਕਹਿ ਤੈਨੂੰ ਅਜੇ ਤੱਕ ਪਤਾ ਨਹੀਂ ਲੱਗਾ? ਕਹਿੰਦੇ ਤੂੰ ਗੁਰੂ ਨਾਨਕ ਦੇ ਦਰਸ਼ਨ ਕੀਤੇ, ਅਸੀਂ ਕਾਂ ਸੀ। ਜਦੋਂ ਤੂੰ ਗੁਰੂ ਨਾਨਕ ਦੇ ਦਰਸ਼ਨ ਕੀਤੇ, ਅਸੀਂ ਤੇਰੇ ਦਰਸ਼ਨ ਕੀਤੇ, ਅਸੀਂ ਕਾਂ ਤੋਂ ਬਗਲੇ ਹੋ ਗਏ। ਦੁਬਾਰਾ ਤੂੰ ਫਿਰ ਗੁਰੂ ਨਾਨਕ ਦੇ ਦਰਸ਼ਨ ਕਰਕੇ, ਅਸੀਂ ਤੇਰੇ ਦਰਸ਼ਨ ਕੀਤੇ, ਅਸੀਂ ਬਗਲੇ ਹੋ ਗਏ। ਤੂੰ ਫਿਰ ਗੁਰੂ ਨਾਨਕ ਦੇ ਦਰਸ਼ਨ ਕਰਕੇ, ਅਸੀਂ ਤੇਰੇ ਕੀਤੇ, ਅਸੀਂ ਹੰਸ ਹੋ ਗਏ। ਤੂੰ ਫਿਰ ਗੁਰੂ ਨਾਨਕ ਦੇ ਦਰਸ਼ਨ ਕਰਕੇ, ਅਸੀਂ ਕਦੇ ਸਾਧ ਹੋ ਗਏ। ਬਸ ਆਹ ਫਲ ਹੈ ਸਾਧੂ ਦੇ ਦਰਸ਼ਨਾਂ ਦੇ ਫਲ ਹੈ। ਸੋ ਸਾਧੂ ਵੀ ਵੱਡੇ ਭਾਗਾਂ ਨਾਲ ਮਿਲਦਾ ਅਤੇ ਗੁਰੂ ਵੀ ਵੱਡੇ ਭਾਗਾਂ ਨਾਲ ਮਿਲਦਾ। ਐਵੇਂ ਨਹੀਂ ਲੋਕ ਸਵੇਰੇ ਸਵੇਰੇ ਉੱਠ ਕੇ ਗੁਰੂ ਦੇ ਦਰਸ਼ਨ ਕਰਨ ਜਾਂਦੇ। ਸੋ ਇਸ ਲਈ ਗੁਰੂ ਦੇ ਦਰਸ਼ਨ ਦਾ ਆਪਣਾ ਹੀ ਫਲ ਹੈ, ਮੰਗੋ ਨਾ ਮੰਗੋ, ਦਰਸ਼ਨਾਂ ਦਾ ਆਪਣਾ ਹੀ ਫਲ ਹੁੰਦਾ। ਸਾਧੂ ਦੇ ਦਰਸ਼ਨ ਦਾ ਆਪਣਾ ਹੀ ਫਲ। ਅਮੋਗ ਦਰਸ਼ਨ ਲਿਖਿਆ, ਸਾਧੂ ਦੇ ਦਰਸ਼ਨ ਅਮੋਗ ਹਨ, ਫਲ ਦੇਣ ਵਾਲੇ ਹਨ। ਸਫਲ ਜਾ ਕੀ ਸੇਵ, ਉਹਨਾਂ ਦੀ ਸੇਵਾ ਕੀਤੀ ਵੀ ਜੀਵਨ ਨੂੰ ਸਫਲਿਆਂ ਕਰਦੀ। ਕਰ ਜੋੜ ਨਾਨਕ ਕਰੇ ਅਰਦਾਸ। ਗੁਰੂ ਮਹਾਰਾਜ ਕਹਿੰਦੇ ਅਸੀਂ ਤੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਗੁਰੂ ਨੇ ਕਿਹਦੇ ਅੱਗੇ ਬੇਨਤੀ ਕਰਨੀ ਹੁੰਦੀ ਹੈ? ਰੱਬ ਅੱਗੇ। ਅਸੀਂ ਕਿਹਦੇ ਅੱਗੇ ਬੇਨਤੀ ਕਰਦੇ? ਗੁਰੂ ਅੱਗੇ। ਰੱਬ ਨੇ ਗੁਰੂ ਬਣਾਇਆ, ਗੁਰੂ ਅੱਗੇ ਸੰਤ ਬਣਾਉਂਦਾ। ਜਿਹੜੇ ਗੁਰੂ ਹਨ ਇਹ ਧੁਰੋਂ ਆਉਂਦੇ ਨੇ, ਸੰਤ ਇੱਥੇ ਬਣਾਏ ਜਾਂਦੇ ਨੇ। ਗੁਰੂ ਧੁਰੋਂ ਆਉਂਦੇ ਨੇ, ਇੱਥੇ ਗੁਰੂ ਬਣਾਏ ਨਹੀਂ ਜਾਂਦੇ, ਉਹ ਧੁਰੋਂ ਹੀ ਆਉਂਦੇ ਹੁੰਦੇ ਨੇ। ਇਸ ਲਈ ਕਹਿੰਦੇ ਨਾਨਕ ਕੱਕੇ ਨੂੰ ਔਂਕੜੈ ਪਾ ਗੁਰੂ ਮਹਾਰਾਜ ਕੇ ਮੈਂ ਕਰਨ ਦਾ ਹੱਥ ਜੋੜ ਕੇ ਅਰਦਾਸ ਕਰਦਾ ਹਾਂ। ਹੇ ਪਰਮਾਤਮਾ ਮੋਹੇ ਸੰਤਹਿ ਟਹਿਲ ਦੀਜੈ ਗੁਣਤਾਸ। ਹੇ ਗੁਣਾਂ ਦੇ ਖਜ਼ਾਨੇ, ਗੁਣਤਾਸ ਗੁਣਾਂ ਦਾ ਖਜ਼ਾਨਾ। ਹੇ ਗੁਣਾਂ ਦੇ ਖਜ਼ਾਨੇ ਮੈਨੂੰ ਸੰਤਾਂ ਦੀ ਸੇਵਾ ਬਖਸ਼ ਦੇ, ਵੀ ਮੈਂ ਸੰਤਾਂ ਦੀ ਸੇਵਾ ਕਰਾਂ। ਆਸਾ ਮਹਿਲਾ ਪੰਜਵਾਂ। ਸਗਲ ਸੁਖ ਜਪ ਏਕੈ ਨਾਮ। ਨਾਮ ਜਪ ਕੇ ਕਹਿੰਦੇ ਸਾਰੇ ਸੁੱਖ ਮਿਲਦੇ ਹਨ। ਸਗਲ ਧਰਮ ਹਰ ਕੇ ਗੁਣ ਗਾਮ। ਹਰੀ ਦੇ ਗੁਣ ਗਾਉਣ ਨਾਲ ਸਮਝੋ ਸਾਰੇ ਧਾਰਮਿਕ ਕਰਮ ਅਸੀਂ ਕਰ ਲਏ। ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ, ਬਾਣੀ ਪੜ੍ਹਦਾ ਹੈ, ਕੀਰਤਨ ਕਰਦਾ, ਨਾਮ ਜਪਦਾ, ਉਹਨੂੰ ਕੋਈ ਹੋਰ ਧਾਰਮਿਕ ਕਰਮ ਕਰਨ ਦੀ ਲੋੜ ਹੀ ਨਹੀਂ ਹੈਗੀ। ਲੋਕ ਨਹੀਂ ਦੇ ਕਰਮ ਕਰਨ 'ਚ ਫਸੇ ਰਹਿੰਦੇ ਹਨ। ਹਰੀ ਦੇ ਗੁਣ ਗਾਉਣ ਦੇ ਵਿੱਚ ਹੀ ਸਾਰੇ ਧਰਮ ਹਨ, ਸਾਰੇ ਧਾਰਮਿਕ ਕਰਮ ਹਨ। ਮਹਾ ਪਵਿੱਤਰ ਸਾਧ ਕਾ ਸੰਗ। ਗੁਰੂ ਜਾਂ ਸਾਧੂ ਦੀ ਸੰਗਤ ਮਨ ਨੂੰ ਪਵਿੱਤਰ ਕਰਦੇ ਨੇ, ਮਹਾ ਪਵਿੱਤਰ ਹੈ। ਉਹ ਆਪ ਪਵਿੱਤਰ ਹੁੰਦੇ ਨੇ, ਜਿਹੜਾ ਉਹਨਾਂ ਦੀ ਸੰਗਤ ਕਰਦਾ ਉਹ ਵੀ ਪਵਿੱਤਰ ਹੋ ਜਾਂਦਾ।
ਗੁਰੂਆਂ ਦੀ ਜਾਂ ਪਹੁੰਚੇ ਹੋਏ ਸਾਧੂਆਂ ਦੀ। ਜਿਹੜਾ ਸੰਗਤ ਕਰਦਾ ਪਵਿੱਤਰ ਹੋ ਜਾਂਦਾ, ਉਹ ਸਭ ਬੁਰਾਈਆਂ ਛੱਡ ਛੁੱਟ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਜਿਸ ਸਾਧੂ ਕੋਲ ਮੈਂ ਗਿਆ ਇਹ ਜਾਣੀ ਜਾਣ ਹੈ, ਇਹ ਜਾਣੀ ਜਾਣ। ਜੇ ਇਹਨੇ ਭਰੀ ਸਭਾ 'ਚ ਮੇਰੇ ਕੋਈ ਪਾਜ ਉਘੇੜਦਾ ਨਾ, ਫਿਰ ਮੂੰਹ ਛਪਾਉਣਾ ਔਖਾ ਹੋ ਜਾਏਗਾ। ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਤੋਂ ਪਹਿਲਾਂ 18 ਸਿੱਧੀਆਂ ਅਤੇ 9 ਨਿਧੀਆਂ ਮਨੁੱਖ ਨੂੰ ਮਿਲਦੀਆਂ ਹਨ। ਕਈ ਲੋਕ ਤਾਂ ਰਿੱਧੀਆਂ ਸਿੱਧੀਆਂ 'ਤੇ ਜਾ ਕੇ ਰੁਕ ਜਾਂਦੇ ਨੇ, ਆਪਣੇ ਆਪ ਨੂੰ ਸੰਤ ਮਹਾਤਮਾ ਸਮਝਣ ਲੱਗ ਜਾਂਦੇ ਨੇ। ਨਹੀਂ, ਇਹ ਤਾਂ ਰਸਤੇ ਦੀਆਂ ਚੀਜ਼ਾਂ ਨੇ। ਅਸੀਂ ਰਿੱਧੀਆਂ ਸਿੱਧੀਆਂ ਲਈ ਭਜਨ ਬੰਦਗੀ ਨਹੀਂ ਕਰਨੀ, ਅਸੀਂ ਪਰਮਾਤਮਾ ਦੀ ਪ੍ਰਾਪਤੀ ਲਈ ਭਜਨ ਬੰਦਗੀ ਕਰਨੀ। ਅਤੇ ਰਸਤੇ ਦੀਆਂ ਚੀਜ਼ਾਂ ਨੇ ਤਾਂ ਆਪੇ ਮਿਲ ਜਾਣੀਆਂ ਨੇ, ਇਹ ਤਾਂ ਮੰਗਣ ਦੀ ਲੋੜ ਨਹੀਂ। ਇਹ ਤਾਂ ਰਸਤੇ ਦੀ ਚੀਜ਼। ਤੁਸੀਂ ਅੰਬ ਦਾ ਬੂਟਾ ਘਰ 'ਚ ਬੀਜਿਆ, ਛਾਂ ਲਈ ਨਹੀਂ ਬੀਜਿਆ, ਛਾਂ ਲਈ ਹੋਰ ਦਰਖਤ ਹੁੰਦੇ ਨੇ। ਅੰਬ ਦਾ ਬੂਟਾ ਘਰ 'ਚ ਲਾਇਆ ਕਾਹਦੇ ਲਈ? ਅੰਬ ਖਾਣ ਲਈ। ਅਤੇ ਆਮ ਕਹਾਵਤ ਹੈ, ਇੱਕ ਰੁੱਖ 100 ਸੁੱਖ, ਕਹਾਵਤ ਹੈ ਨਾ। ਫਲ ਖਾਣ ਲਈ ਲਾਇਆ, 99 ਸੁੱਖ ਤੇ ਵੈਸੇ ਹੀ ਮਿਲ ਜਾਣੇ ਨੇ। ਇੱਕ ਸੁੱਖ ਲਈ ਫਲ ਲਾਇਆ, ਬੂਟਾ ਲਾਇਆ ਵੀ ਆਪਾਂ ਅੰਬ ਖਾਵਾਂਗੇ, ਉਹਦੀ ਛਾਂ, ਉਹਦੇ 'ਚ ਆਕਸੀਜਨ ਜਿਹੜੀ ਨਿਕਲਦੀ ਆ, ਉਹ ਉਸ 'ਚ ਜਿਹੜੇ ਪੱਤੇ ਹੇਠਾਂ ਡਿੱਗਦੇ ਨੇ, ਖਾਦ, ਉਹਦੀ ਲੱਕੜੀ, ਉਹ ਪਤਾ ਹੀ ਨਹੀਂ ਕਿੰਨੇ ਕੁ ਫਾਇਦੇ ਨੇ, ਉਹ ਉਂਝ ਮਿਲ ਜਾਣੇ ਨੇ। ਇਸ ਲਈ ਪਰਮਾਤਮਾ ਦੀ ਪ੍ਰਾਪਤੀ ਲਈ ਭਜਨ ਬੰਦਗੀ ਕਰਨੀ ਹੈ। ਇਹ ਬਾਕੀ ਚੀਜ਼ਾਂ ਤਾਂ ਵੈਸੇ ਹੀ ਮਿਲ ਜਾਣੀਆਂ ਨੇ, ਬਾਕੀ ਚੀਜ਼ਾਂ ਤਾਂ ਵੈਸੇ ਹੀ ਮਿਲ ਜਾਣ, ਬਿਨਾਂ ਮੰਗਿਆਂ ਮਿਲਣੀਆਂ ਹਨ, ਕਿਉਂਕਿ ਇਹਨਾਂ ਦੇ ਵਿੱਚੋਂ ਲੰਘ ਕੇ ਅਸੀਂ ਪਰਮਾਤਮਾ ਤੱਕ ਜਾਣਾ। ਅਤੇ ਕਈ ਵਾਰੀ ਰਿੱਧੀਆਂ ਸਿੱਧੀਆਂ ਮਿਲਣ ਨਾਲ ਮਨੁੱਖ ਸਮਝਦਾ, ਪਤਾ ਨਹੀਂ ਮੈਨੂੰ ਤਾਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਪਰਮਾਤਮਾ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਤੁਹਾਡੀ ਸਮਾਧੀ ਲੱਗਣੀ ਸ਼ੁਰੂ ਹੋ ਜਾਏ। ਅਗਰ ਤੁਸੀਂ ਸਿਮਰਨ ਕਰ ਰਹੇ ਹੋ, ਬਾਣੀ ਪੜ੍ਹ ਰਹੇ ਹੋ, ਪਰ ਸਮਾਧੀ ਨਹੀਂ ਲੱਗਦੀ, ਅਜੇ ਨਹੀਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਸਮਾਧੀ ਲੱਗੇਗੀ ਤਾਂ ਅਸੀਂ ਪਰਮਾਤਮਾ ਤੱਕ ਪਹੁੰਚਾਂਗੇ। ਉੱਥੇ ਪਹੁੰਚਾਂਗੇ ਫਿਰ ਸਾਨੂੰ ਬ੍ਰਹਮ ਦਾ ਗਿਆਨ ਹੋਏਗਾ। ਜਦੋਂ ਬ੍ਰਹਮ ਦਾ ਗਿਆਨ ਹੋ ਗਿਆ ਫਿਰ ਅਸੀਂ ਬ੍ਰਹਮ ਗਿਆਨੀ ਹੋ ਜਾਵਾਂਗੇ। ਉਦੋਂ ਅਸੀਂ ਗਿਆਨੀ ਹੀ ਗਿਆਨੀ। ਸਾਡੇ ਵਰਗੇ ਜੇ ਗਿਆਨੀ ਬੈਠੇ ਨੇ, ਕਦੋਂ ਕਿਹੜੇ ਜਨਮ 'ਚ ਪਤਾ ਜਾ ਕੇ ਸਮਾਧੀਆਂ ਲੱਗਣੀਆਂ ਨੇ, ਫਿਰ ਸਾਡੀ ਸੁਰਤ ਸੱਚਖੰਡ ਜਾਣੀ ਹੈ, ਉੱਥੇ ਪਰਮਾਤਮਾ ਨਾਲ ਮੇਲ ਹੋਣਾ ਹੈ, ਫਿਰ ਜਾ ਕੇ ਕੋਈ ਗੱਲ ਬਣਨੀ। ਪਰ ਇਹ ਨਾ ਲੜੀ ਟੁੱਟਦੀ ਨਹੀਂ ਹੈ। ਜੋ ਕੱਲ੍ਹ ਸੀ ਅਸੀਂ, ਉਹ ਅੱਜ ਹਾਂ ਸੀ, ਜੋ ਅੱਜ ਹਾਂ ਉਹ ਕੱਲ੍ਹ ਨੂੰ ਹੋਵਾਂਗੇ। ਇਹ ਨਹੀਂ ਕਿ ਅਸੀਂ ਅੱਜ ਹਾਂ, ਕੱਲ੍ਹ ਨਹੀਂ ਸੀ ਅਤੇ ਪਰਸੋਂ ਨਾ, ਅਸੀਂ ਕੱਲ੍ਹ ਵੀ ਸੀ, ਪਾਸਟ ਵੀ ਸਾਡਾ ਹੈਗਾ, ਸਾਡਾ ਪ੍ਰੈਜ਼ੈਂਟ ਅਤੇ ਸਾਡਾ ਫਿਊਚਰ ਵੀ ਹੈ। ਇਸ ਲਈ ਚੱਲਦਾ ਰਹਿਣਾ ਸਿਲਸਿਲਾ। ਅਰਜਨ ਨੂੰ ਕਿਸੇ ਗੱਲ 'ਤੇ ਹੰਕਾਰ ਹੋ ਗਿਆ। ਕ੍ਰਿਸ਼ਨ ਮਹਾਰਾਜ ਕਹਿੰਦੇ, ਅਰਜਨ ਮੈਂ ਤੇਰਾ ਰਥਵਾਨ ਐਵੇਂ ਨਹੀਂ ਬਣ ਗਿਆ। ਭਗਵਾਨ ਕਿਤੇ ਰਥਵਾਨ ਬਣਦੇ, ਐਵੇਂ ਨਹੀਂ ਬਣ ਗਿਆ। 1100 ਸਾਲਾਂ ਤੋਂ ਤੇਰੀ ਦੋਸਤੀ ਬਿਰਰਾ ਚਲੀ ਆ ਰਹੀ, ਮੈਂ ਇਸ ਲਈ ਤੇਰਾ ਰਥਵਾਨ ਬਣਿਆ। ਕਹਿੰਦੇ ਕਰਨ ਜਿਹੜਾ ਨਾ, ਜਦੋਂ ਤੂੰ ਤੀਰ ਚਲਾਣਾ, ਕਰਨ ਦਾ ਰਥ 18 ਫੁੱਟ ਪਿੱਛੇ ਚਲਿਆ ਜਾਂਦਾ ਹੈ। ਜਦੋਂ ਕਰਨ ਰਥ ਚਲਾਉਂਦਾ, ਤੇਰਾ ਰਥ ਸਿਰਫ 3 ਫੁੱਟ ਪਿੱਛੇ ਜਾਂਦਾ। ਤੈਨੂੰ ਹੰਕਾਰ ਹੋ ਗਿਆ ਕਿ ਮੈਂ ਬੜਾ ਬਲੀਆ। ਨਹੀਂ, ਕਹਿੰਦੇ ਅਰਜਨ, ਤਿੰਨਾਂ ਲੋਕਾਂ ਦਾ ਭਾਰ ਮੈਂ ਤੇਰੇ ਰਥ 'ਤੇ ਰੱਖਿਆ ਹੋਇਆ, ਫਿਰ ਵੀ ਉਹ ਇੰਨਾ ਬਲੀਏ ਤੇਰੇ ਰਥ ਨੂੰ ਪਿੱਛੇ ਕਰ ਦਿੰਦਾ ਹੈ। ਉਹ ਇੰਨਾ ਬਲੀ ਹੈ। ਉਹ ਤਾਂ ਭਗਵਾਨ ਹੋ ਗਿਆ ਪਾਂਡਵਾਂ ਵਾਲੇ ਪਾਸੇ, ਇਸ ਲਈ ਜਿੱਤ ਗਏ। ਔਰ ਜਿੱਧਰ ਭਗਵਾਨ ਹੋ ਜਾਏ ਉੱਧਰ ਕੌਣ ਕਿਸੇ ਨੂੰ ਹਰਾ ਸਕਦਾ ਹੈ। ਇਸ ਲਈ ਕਹਿੰਦੇ ਮਹਾਂ ਪਵਿੱਤਰ ਸਾਧ ਕਾ ਸੰਗ। ਸਾਧੂ ਦੀ ਸੰਗਤ ਜਿਹੜੀ ਮਨੁੱਖ ਨੂੰ ਪਵਿੱਤਰ ਕਰ ਦਿੰਦੀ ਹੈ। ਜਿਸ ਭੇਟ 'ਤੇ ਲੱਗ ਗਿਆ ਪ੍ਰਭ ਰੰਗ, ਅਤੇ ਜਿਸ ਨੂੰ ਮਿਲ ਕੇ ਪਰਮਾਤਮਾ ਨਾਲ ਪਿਆਰ ਪੈਂਦਾ ਹੈ। ਕਿਉਂਕਿ ਸੰਤਾਂ ਦਾ ਰੱਬ ਨਾਲ ਪਿਆਰ ਹੁੰਦਾ। ਜਦੋਂ ਅਸੀਂ ਉਹਨਾਂ ਦੀ ਸੰਗਤ ਕਰਦੇ, ਸਾਡਾ ਵੀ ਹੌਲੀ ਹੌਲੀ ਰੱਬ ਨਾਲ ਪਿਆਰ ਹੋ ਜਾਂਦਾ। ਸੋ ਵੱਡੇ ਭਾਗ ਹੁਣ ਤਾਂ ਕਿਤੇ ਸੰਗਤ ਦੀ ਨੇੜਤਾ ਪ੍ਰਾਪਤ ਹੁੰਦੀ ਹੈ। ਸਾਧ ਦੇ ਦਰਸ਼ਨ ਕਰਨ ਜਾਣਾ ਹੋਰ ਗੱਲ ਹੈ। ਸਾਧੂ ਨਾਲ ਮੇਲ ਜੋਲ ਹੋਣਾ, ਆਪਸੀ ਗੱਲਬਾਤ ਦਾ ਹੋਣਾ,
ਉਹ ਹੋਰ ਗੱਲ ਹੁੰਦੀ ਹੈ। ਫਿਰ ਸਾਧੂ ਦਾ ਪਿਆਰ ਹੋ ਜਾਣਾ ਤੁਹਾਡੇ ਨਾਲ, ਉਹ ਹੋਰ ਹੀ ਵੱਡੀ ਗੱਲ ਹੁੰਦੀ ਹੈ। ਇਹ ਵੱਡੇ ਭਾਗ ਹੁਣ ਤਾਂ ਗੁਰੂ ਦੀ ਸਾਧੂ ਦੀ ਸੰਗਤ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।